पग पंकज बंदन, पग पंकज बंदन। सिमरो अंगद दोख निकंदन, अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन बिघ्नन के नासक, बिघ्नन के नाशक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम किरपाला। वाहिगुरु परम किरपाला। श्री गुरु गोबिंद सिंह विशाला। धरों धरा पर पुन पुन जी पुन पुन सीसा। बंदों बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह बिघ्न विनाशन सोए। रहयो विचारत कीतिक समो, लखियो प्रताप करत नमो। भगतु निकट गयो तत्काला, गहे चरण कह बिनय विशाला। रहयो विचारत कीतक समो। सच्चे पातशाह गरीब नवाज दीन दुनिया दे मालक, चवर छत्र तखत दे मालक, समरथ गुरु प्रतख गुरु, दीन दयाल कृपाल अंतरयामी, पूर्ण पार ब्रह्म परमेश्वर। वाहिगुरु अकाल पुरख जी का सरगुण स्वरूप, दासां गरीबां सिखां सेवकां साडे सारिਆਂ ਦੇ ਉੱਤੇ ਕਿਰਪਾ ਕਰਨ ਵਾਲੇ, दया ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਮਿਹਰ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ, ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਗੁਰੂ ਜੀ ਨੇ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਹੁਣ ਆਪਾਂ ਸਪਤਮ ਮਹਿਲ ਅਗਮ ਹਰ ਰਾਇਆ, ਸਿਮਰੋ ਸ਼੍ਰੀ ਹਰ ਰਾਏ। ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਕਥਾ
ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਕੱਲ ਆਪ ਜੀ ਨੇ ਸਰਵਣ ਕੀਤਾ ਗੁਰਸਿੱਖ ਕਮਾਈ ਵਾਲੇ, ਭਗਤੀ ਵਾਲੇ ਕਿਸ ਤਰ੍ਹਾਂ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ। ਬਾਬਾ ਭਾਨਾ ਜੀ ਆਪਣੇ ਪੁੱਤਰ ਸਰਵਣ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਵਿੱਚ ਲਾ ਕੇ, ਬਾਂਹ ਫੜਾ ਕੇ ਆਪ ਰਮਦਾਸ ਦੀ ਧਰਤੀ ਤੇ ਜਾ ਕੇ ਸਰੀਰ ਤਿਆਗ ਦਿੱਤਾ। ਮਾਤਾ ਮਰਵਾਹੀ ਜੀ ਵੀ ਸਰੀਰ ਤਿਆਗ ਦਿੰਦੇ ਹਨ। ਬਾਬਾ ਸੂਰਜਮਲ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਲਾਗੇ ਰਹਿੰਦੇ ਆ। ਜਿਹੜੀਆਂ ਜਿਹੜੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਿਆਗਣ ਤੇ ਨਹੀਂ ਸੀ ਨਾ ਪਹੁੰਚ ਸਕੀਆਂ, ਉਹ ਵੀ ਸੰਗਤਾਂ ਆ ਗਈਆਂ ਜੀ। ਭਾਈ ਭਗਤੂ ਜੀ, ਭਾਈ ਬਹਿਲੋ ਜੀ, ਇਹ ਗੁਰੂ ਜੀ ਦੇ ਪਿਆਰੇ ਸਿੱਖ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ। ਭਾਈ ਭਗਤੂ ਜੀ ਦੇ ਬਾਰੇ ਕੱਲ ਵੀ ਬੇਨਤੀ ਕੀਤੀ ਸੀ ਸੰਗਤ ਜੀ। ਭਾਈ ਭਗਤੂ ਜੀ ਦਾ ਜਨਮ ਜਿਹੜਾ ਉਹ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਹੋਇਆ ਜੀ। ਕਮਾਈ ਵਾਲੀ ਰੂਹ ਹੈ, ਜੀਵਨ ਬੜਾ ਉੱਚਾ ਹੈ। ਮੈਂ ਬਿਲਕੁਲ ਸੱਚਾਈ ਦੀ ਗੱਲ ਕਰਦਾ, ਸਮੇਤ ਆਪਣੇ ਆਪ ਨੂੰ ਵਿੱਚ ਪਾ ਕੇ। ਦੋ ਗੱਲਾਂ ਨੇ ਪਿਆਰਿਓ, ਇੱਕ ਕਰਨੀ ਹੈ, ਇੱਕ ਕਥਨੀ ਹੈ। ਗੁਰਮੁਖ ਤੇ ਮਨਮੁਖ ਦੀ ਪਛਾਣ ਵੀ ਇੱਥੋਂ ਹੁੰਦੀ ਹੈ। ਅੱਜ ਕਥਨੀ ਬਹੁਤ ਜ਼ਿਆਦੀ ਹੈ ਤੇ ਕਰਨੀ ਬਹੁਤ ਥੋੜੀ ਹੈ। ਕਥਨੀ ਜ਼ਿਆਦਾ ਹੈ, ਕਰਨੀ ਘੱਟ ਹੈ। ਕਥਨੀ ਜਿਹੜੀ ਹੈ ਉਹ 100% ਹੈ, ਕਰਨੀ 20% ਹੈ। ਜਿਨ੍ਹਾਂ ਗੁਰਸਿੱਖਾਂ ਦੇ ਤੁਸੀਂ ਨਾਮ ਸੁਣਦੇ ਹੋ ਨਾ, ਕਿਤੇ ਇਹਨਾਂ ਦੇ ਸਿਰ ਵਾਹਿਗੁਰੂ, ਕਿਤੇ ਇਹਨਾਂ ਦੇ ਚਰਨਾਂ 'ਚ ਆਪਣਾ ਸਿਰ ਰੱਖ ਕੇ ਸੁਰਤ ਕਰਕੇ ਨਮਸਕਾਰ ਕਰਿਆ ਕਰੋ, ਵਾਰੀ ਵਾਰੀ ਜਾਇਆ ਕਰੋ। ਇਹਨਾਂ ਨੇ ਅੰਤਮ ਸਵਾਸਾਂ ਤੱਕ ਗੁਰੂ ਜੀ ਦੀ ਸਿੱਖੀ ਨੂੰ ਨਿਭਾਇਆ ਹੈ। ਅਸੀਂ ਗੁਰੂ ਜੀ ਦੇ ਸਿੱਖ ਹਾਂ। ਸਿੱਖਾਂ ਦੀ ਕਥਾ ਸੁਣਨ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਮੁਖਾਂ ਦੇ ਜਨਮ ਸਕਾਰਥ ਨੇ। ਸੰਸਾਰ 'ਚ ਬੜੇ ਹੀ ਲੋਕ ਆਉਂਦੇ ਆ ਪਿਆਰਿਓ, ਆ ਕੇ ਚਲੇ ਜਾਂਦੇ ਆ। ਉਹਨਾਂ ਦਾ ਪਿੱਛੋਂ ਨਾਮ ਵੀ ਨਹੀਂ ਕੋਈ ਲੈਂਦਾ। ਨਾਮ ਉਹਨਾਂ ਦਾ ਹੀ ਲਿਆ ਜਾਂਦਾ ਹੈ ਜਿਹੜੇ ਕੁਝ ਖਾਸ ਕਰਕੇ ਜਾਂਦੇ ਆ। ਆਏ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਰਾਤ ਸੌਂ ਕੇ ਪਸ਼ੂ ਵੀ ਕੱਢਦੇ ਆ, ਪੰਛੀ ਵੀ ਕੱਢਦੇ ਆ, ਦਿਨੇ ਖਾਂਦੇ ਆ। ਰਾਤ ਸਾਡੀ ਸੌਂ ਕੇ ਲੰਘ ਜਾਂਦੀ ਹੈ, ਦਿਨ ਖਾ ਪੀ ਕੇ ਲੰਘ ਜਾਂਦਾ ਹੈ। ਹੀਰੇ ਵਰਗਾ ਜਨਮ ਜਿਹੜਾ ਹੈ ਉਹ ਕੌਡੀਆਂ ਦੇ ਭਾਅ ਵਿਕ ਜਾਂਦਾ ਜੀ। ਜਿਹੜੇ ਕੁਝ ਖਾਸ ਕਰਦੇ ਆ ਉਹਨਾਂ ਖਾਸ ਬੰਦਿਆਂ ਦਾ ਨਾਮ ਰਹਿੰਦਾ ਧਰਤੀ ਤੇ। ਉਹਨਾਂ ਵਿੱਚੋਂ ਭਾਈ ਭਗਤੂ ਜੀ ਦਾ ਜ਼ਿਕਰ ਤੁਸੀਂ ਸੁਣਿਆ। ਗੁਰਬਾਣੀ 'ਚ ਬਹੁਤ ਥਾਵਾਂ ਤੇ ਗੁਰਮੁਖ ਆਇਆ। ਜਿੰਨੀਆਂ ਥਾਵਾਂ ਤੇ ਗੁਰਮੁਖ ਆਇਆ, ਲਗਭਗ ਭਾਈ ਭਗਤੂ ਜੀ ਤੇ ਉਹ ਪੰਕਤੀਆਂ ਢੁੱਕ ਜਾਣਗੀਆਂ ਜੀ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਸੁਖ ਫਲ ਦਾਤ। ਇਹ ਸਾਰੀਆਂ ਪੰਕਤੀਆਂ ਨਾ ਭਾਈ ਭਗਤੂ ਜੀ ਦੇ ਜੀਵਨ ਤੇ ਢੁੱਕਦੀਆਂ ਨੇ ਜੀ। ਬਜ਼ੁਰਗੀ ਦਾ ਸਮਾਂ, ਕੀਰਤਪੁਰ ਸਾਹਿਬ ਭਾਈ ਭਗਤੂ ਜੀ ਰਹਿਣ ਲੱਗ ਪਏ। ਕੱਲ ਸਾਖੀ ਤੁਸੀਂ ਸੁਣ ਲਈ ਹੈ, ਕੇਵਲ ਮੈਂ ਟੂਕ ਮਾਤਰ ਬੇਨਤੀ ਕਰਾਂਗਾ। ਭਾਈ ਭਗਤੂ ਜੀ ਕੀਰਤਪੁਰ ਸਾਹਿਬ ਰਹਿੰਦੇ। ਸਵੇਰੇ ਸ਼ਾਮ ਮੇਰੇ ਮਾਲਕ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਆ ਕੇ ਦਰਸ਼ਨ ਕਰਦੇ ਆ ਤੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਉਮਰ ਲੰਘਦੀ ਜਾਂਦੀ ਹੈ, ਸੇਵਾ ਤੋਂ ਬਗੈਰ ਉਮਰ ਵਿਅਰਥ ਹੈ। ਜ਼ਿੰਦਗੀ ਦਾ ਬੜਾ ਵੱਡਾ ਨੁਕਤਾ ਹੈ, ਬਹੁਤ ਵੱਡਾ ਨੁਕਤਾ। ਜੇ ਦਾਸ ਕਥਾ ਨੂੰ ਸੇਵਾ ਸਮਝ ਕੇ ਕਰੇ ਤੇ ਕਥਾ ਵੀ ਸੇਵਾ ਹੀ ਹੈ। ਡਿਊਟੀ ਵੀ ਸੇਵਾ ਬਣ ਜਾਂਦੀ ਹੈ ਜੇ ਭਾਵਨਾ ਨਾ ਕਰੀਏ। ਜ਼ਿੰਦਗੀ ਦਾ ਬੜਾ ਵੱਡਾ ਨੁਕਤਾ ਸਾਧ ਸੰਗਤ ਜੀ, ਕਿਤੇ ਗੁਰੂ ਕਿਰਪਾ ਕਰੇ। ਭਾਈ ਭਗਤੂ ਜੀ ਬਜ਼ੁਰਗੀ ਵਿੱਚ ਨੇ। ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਤੁਹਾਡਾ ਜਨਮ ਤੇ ਅੱਗੇ ਹੀ ਸਫਲਾ ਹੋ ਗਿਆ, ਸਰੀਰ ਸਫਲਾ ਹੋ ਗਿਆ,
ਨਹੀਂ ਮਹਾਰਾਜ, ਬਜ਼ੁਰਗੀ ਹੈਗੀ ਹੈ, ਅੰਤਮ ਸਵਾਸਾਂ ਤੱਕ ਸੇਵਾ ਕਰਾਂ, ਮੈਨੂੰ ਸੇਵਾ ਬਖਸ਼ਿਸ਼ ਕਰੋ। ਤੇ ਮਹਾਰਾਜ ਕਹਿਣ ਲੱਗੇ, ਵੇਖ ਲਓ ਨਵਾਂ ਚਰਖਾ ਸਹੇੜਨਾ ਹੋਣਾ। ਉਹ ਹੁਣ ਨਵੇਂ ਚਰਖੇ ਵਾਲਾ ਬਚਨ ਵੀ ਪੂਰਾ ਹੋਏਗਾ। ਭਾਈ ਭਗਤੂ ਜੀ ਕਹਿੰਦੇ, ਸੱਚੇ ਪਾਤਸ਼ਾਹ ਮੈਨੂੰ ਆਪਣੇ ਘਰ ਦੀ ਸੇਵਾ ਬਖਸ਼ੋ। ਅੱਜ ਨੌਜਵਾਨ ਵੀ ਨੇ, ਜਿਹਨੂੰ ਸੇਵਾ ਦਾ ਸਵਾਦ ਆਉਣ ਲੱਗ ਪਵੇ ਨਾ ਸੰਗਤ ਜੀ, ਉਹ ਸੇਵਾ ਨਹੀਂ ਤੇ ਛੱਡਦਾ। ਪਿੱਛੇ ਜੇ ਹਰਿਮੰਦਰ ਸਾਹਿਬ ਜਾ ਕੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਗੁਜਰਾਤ ਤੋਂ ਇੱਕ ਸਿੰਘ ਆਉਂਦਾ ਉੱਥੇ ਭਾਂਡੇ ਮਾਂਜਣ, ਗੁਜਰਾਤ ਤੋਂ 1 ਮਹੀਨਾ ਲਗਾਤਾਰ ਰਹਿੰਦਾ ਜੀ, ਸਾਰੇ ਕੰਮ ਕਾਰ ਛੱਡ ਕੇ ਆਉਂਦਾ। ਕਈ ਸਾਲਾਂ ਦਾ ਉਹਦਾ ਨੇਮ ਹੈ। ਗੁਜਰਾਤ ਤੋਂ ਉਹਨੇ ਆਉਣਾ, 1 ਮਹੀਨਾ ਰਹਿਣਾ ਤੇ 1 ਦਿਨ ਚ 12 ਘੰਟੇ ਭਾਂਡੇ ਮਾਂਜਣੇ ਜੀ ਉਹਨੇ ਜੀ, ਸੰਗਤਾਂ ਦੀ ਸੇਵਾ ਕਰਨੀ। ਜਦੋਂ ਛੁੱਟੀ ਲੈ ਕੇ ਚੱਲਾ ਤਾਂ ਸਿੰਘ ਨੇ ਉਹਦੇ ਗਲ 'ਚ ਸਰੋਪਾ ਪਾਇਆ ਤੇ ਮੈਨੂੰ ਮਿਲਾਇਆ। ਕਹਿੰਦੇ ਜੀ ਗਿਆਨੀ ਜੀ, ਇਹ ਹਰ ਸਾਲ ਗੁਜਰਾਤ ਚੋਂ 1 ਮਹੀਨੇ ਲਈ ਆਉਂਦਾ, ਸੇਵਾ ਕਰਦਾ ਆ ਕੇ। ਨਮਸਕਾਰ ਉਹਨਾਂ ਗੁਰਸਿੱਖਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਸੇਵਾ ਦੇ ਤਾਤਪਰਜ ਨੂੰ ਸਮਝ ਲਿਆ। ਸੇਵਾ ਜਿਹੜੀ ਹੈ ਨਾ ਸਾਧ ਸੰਗਤ ਜੀ, ਉਹ ਜ਼ਰੂਰੀ ਨਹੀਂ ਹੈ ਕੋਈ ਆਖੇ ਤਾਂ ਫੇਰ ਹੀ ਹੈ, ਸੇਵਾ ਆਪੇ ਵੀ ਹੋ ਜਾਂਦੀ ਹੈ। ਮਹਾਰਾਜ ਮੈਨੂੰ ਆਪਣੇ ਘਰ ਦੀ ਸੇਵਾ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜੱਟ ਜ਼ਮੀਂਦਾਰ ਹੋ, ਖੇਤੀਬਾੜੀ ਕਰਿਆ ਕਰੋ। ਉਹ ਤੁਸੀਂ ਸਾਖੀ ਸੁਣੀ, ਖੇਤੀਬਾੜੀ ਕਰਦਿਆਂ ਕਿਵੇਂ ਫਸਲ ਬੀਜੀ, ਆਪਣੇ ਹੱਥਾਂ ਦੇ ਨਾਲ ਉਹਦੀ ਰਾਖੀ ਰੱਖੀ, ਫਸਲ ਵੱਢੀ ਜਾਂਦੀ ਸੀਗੀ। ਤੇ ਜਿਹੜੇ ਕਾਮੇ ਸੀ ਨਾ ਜੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ। ਤੇ ਕਾਮੇ ਕਹਿੰਦੇ, ਬਾਬਾ ਅਸੀਂ ਸਾਰੀ ਦਿਹਾੜੀ ਮਿਹਨਤ ਕਰਦੇ, ਸੁੱਕੀਆਂ ਰੋਟੀਆਂ ਲੈ ਆਂਦੀਆਂ, ਘੱਟੋ ਘੱਟ ਇੱਕ ਕਾਮੇ ਨੂੰ ਪਾਈਆ ਪਾਈਆ ਘਿਓ ਦਿਓ। ਆਖੋ ਵਾਹਿਗੁਰੂ ਵਾਹਿਗੁਰੂ। ਪਾਈਆ ਪਾਈਆ ਘਿਓ। ਉਂਝ ਜਿਹੜੀ ਕੱਲ ਵਾਲੀ ਕਥਾ ਹੈ ਨਾ, ਇਹਨੇ ਅਸਰ ਬੜਾ ਕੀਤਾ ਬੜਿਆਂ ਦੇ ਜੀ। ਦੁਪਹਿਰੇ ਵੀ ਸਿੰਘ ਦੋਵੇਂ ਮੇਰੇ ਲਾਗੇ ਬੈਠੇ ਤੇ ਖਿਚੜੀ ਖਾਣ ਲੱਗੇ ਤੇ ਘਿਓ ਪਾਉਣ ਲੱਗੇ ਤੇ ਦੂਜਾ ਕਹਿੰਦਾ ਪਾਈਆ ਪਾਉਣਾ ਹੈ, ਪਾਈਆ ਪਾਉਣਾ ਹੈ। ਦੂਜਾ ਕਹਿੰਦਾ ਤੂੰ ਕਥਾ ਨਹੀਂ ਧਿਆਨ ਨਾਲ ਸੁਣੀ, ਹੁਣ ਨਹੀਂ ਪਾਈਆ ਖਾਣ ਵਾਲੇ ਸਰੀਰ ਹੈਗੇ। ਕਹਿੰਦੇ ਉਹ ਕਹਿੰਦੇ ਅਸੀਂ ਕੰਮ ਕਰਦੇ ਆ, ਜੇ ਘਿਓ ਨਾ ਖਾਧਾ ਤਾਂ ਅੰਨੇ ਹੋ ਜਾਵਾਂਗੇ, ਸਾਨੂੰ ਘਿਓ ਦਿਓ। ਜਿਹੜੇ ਗੁਰਸਿੱਖ ਕਮਾਈ ਵਾਲੇ ਆ ਨਾ, ਵਾਕਈ ਸਿੱਖ ਨੇ। ਜਦੋਂ ਸਿੱਖ ਕੋਈ ਮੰਗੇ, ਸੇਵਾ ਕਰਨ ਵਾਲਾ ਛਕਣ ਨੂੰ ਮੰਗੇ, ਉਹਨਾਂ ਨੂੰ ਚਾਅ ਚੜ ਜਾਂਦਾ ਵੀ ਵਾਹ ਵਾਹ ਮੈਂ ਦਿਆਂਗਾ। ਅਜੇ ਉਹ ਮੰਗਣ ਹੀ ਰਹੇ ਸੀਗੇ, ਉਹਨੇ ਚਿਰ ਨੂੰ ਇੱਕ ਫੇਰੀ ਲਾਉਣ ਵਾਲਾ ਭਾਈ ਆਇਆ। ਭਾਈ ਭਗਤੂ ਜੀ ਨੇ ਵੇਖਿਆ, ਉਹਦੇ ਕੋਲ ਸਮਾਨ ਰਖਾ ਲਿਆ ਤੇ ਕੁੱਪੀ ਚ ਕਹਿਣ ਲੱਗਿਆ, ਕੁੱਪੀ ਜਿਹੜੀ ਘਿਓ ਦੀ ਹੈ ਨਾ, ਪਾ ਦੇ ਇਹਨਾਂ ਨੂੰ ਘਿਓ, ਇੱਕ ਇੱਕ ਪਲੀ, ਇੱਕ ਇੱਕ ਪਲੀ ਪਾਤੀ ਘਿਓ ਦੀ। ਉਹਨਾਂ ਰੱਜ ਰੱਜ ਕੇ ਖਾਧਾ। ਕਈਆਂ ਨੇ 2-2 ਪਲੀਆਂ ਪਵਾਈਆਂ। ਸਰੀਰ 'ਚ ਜਾਨ ਆਉਂਦੀ। ਜਿਹੜੀ ਬੰਦਗੀ ਕਰਨੀ ਹੈ ਨਾ, ਬਹੁਤਾ ਪਾਠ ਕਰਨਾ, ਕੋਈ 5 ਘੰਟੇ, ਕੋਈ 7 ਘੰਟੇ, ਇਹਦੇ ਨਾਲ ਵੀ ਖੁਸ਼ਕੀ ਹੁੰਦੀ ਜੇ। ਕਈਆਂ ਦੇ ਸਿਰ 'ਚ ਖੁਸ਼ਕੀ ਹੋ ਜਾਂਦੀ ਹੈ, ਕਈਆਂ ਦੇ ਕੰਨਾਂ 'ਚ ਖੁਸ਼ਕੀ ਹੋ ਜਾਂਦੀ ਹੈ। ਉਹ ਵੀ ਸਾਧ ਸੰਗਤ ਜੀ, ਉਹਨਾਂ ਨੂੰ ਵੀ ਘਿਓ ਖਾਣਾ ਚਾਹੀਦਾ, ਘਿਓ ਖਾਣਾ ਚਾਹੀਦਾ। ਬਾਬਾ ਆਨੰਦ ਸਿੰਘ ਜੀ ਹੋਣੀ ਜਦੋਂ ਨਿਤਨੇਮ ਕਰਦੇ ਸੀ ਨਾ ਜੀ, ਮੱਖਣ ਦਾ ਪੇੜਾ ਇੱਥੇ ਰੱਖਦੇ ਹੁੰਦੇ ਸੀਗੇ ਜੀ ਸਿਰ ਤੇ। ਉਹ ਮੱਖਣ ਦਾ ਪੇੜਾ ਪਿਘਲ ਜਾਂਦਾ ਹੁੰਦਾ ਸੀਗਾ ਜੀ। ਸਰੀਰ ਮੰਗਦਾ ਜੀ। ਖੇਤੀਬਾੜੀ ਕਰਨ ਲੱਗਿਆਂ ਜਿੰਨਾ ਜ਼ੋਰ ਲੱਗਦਾ, ਉਹਨਾਂ ਜ਼ੋਰ ਬੰਦਗੀ ਕਰਨ ਲੱਗਿਆਂ ਵੀ ਲੱਗਦਾ ਜੀ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਤੇ ਵੀ ਬਚਨ ਹੈ ਕਿ 1 ਘੰਟਾ ਕਥਾ ਕਰਨੀ, 8 ਘੰਟੇ ਕਈ ਵਾਉਣ ਦੇ ਬਰਾਬਰ ਹੈ, ਕਈ ਵਾਉਣ ਦੇ ਬਰਾਬਰ ਹੈ। ਦਿਮਾਗ ਦਾ ਵੀ ਜ਼ੋਰ ਲੱਗਦਾ ਹੈ ਨਾ। ਸੋ ਉਹਨਾਂ ਇੱਕ ਇੱਕ ਪਲੀ ਪਾ ਦਿੱਤੀ, ਕਈਆਂ 2-2 ਲਈਆਂ। ਤੇ ਆਖਿਆ ਭਾਈ ਭਗਤੂ ਨੇ ਵੀ ਕੱਲ ਪੈਸੇ ਲੈ ਲਈ। ਜਾ ਕੇ ਭਾਈ ਨੇ ਫੇਰਾ ਲਾ ਕੇ ਸਮਾਨ ਵੇਚਿਆ ਤੇ ਰਾਤ ਘਰ ਪਹੁੰਚਿਆ, ਕੁੱਪੀ ਟੰਗ ਦਿੱਤੀ ਵੀ ਸਵੇਰੇ ਵੇਖਾਂਗਾ ਵੀ ਕਿੰਨਾ ਕੁ ਘਿਓ ਰਹਿ ਗਿਆ।
ਜਦੋਂ ਸਵੇਰੇ ਕੁੱਪੀ ਖੋਲੀ ਤੇ ਘਿਓ ਦੀ ਕੁੱਪੀ ਲਬਾ ਲਬ ਭਰੀ ਪਈ ਸੀਗੀ ਜੀ, ਲਬਾ ਲਬ ਭਰੀ ਪਈ। ਮੈਂ ਇਹ ਤਾਂ ਥੋੜਾ ਜਿਹਾ ਜ਼ਿਆਦਾ ਤਾਂ ਦੱਸਣਿਆ, ਕਈ ਗੱਲਾਂ ਛੇਤੀ ਦੱਸ ਕੇ ਵੀ ਕਥਾ ਸ਼ੁਰੂ ਕਰ ਲਈਦੀ ਹੈ। ਇਹ ਗੱਲ ਨੂੰ ਜ਼ਿਆਦਾ ਲੰਮਾ ਤਾਂ ਅੱਜ ਬੇਨਤੀ ਕੀਤੀ ਹੈ ਵੀ ਇਹ ਗੱਲ ਚੇਤੇ 'ਚ ਰਹਿ ਜੇ, ਗੱਲ ਸਾਡੇ ਚੇਤੇ 'ਚੋਂ ਨਿਕਲ ਨਾ ਜਾਵੇ ਵੀ ਇੰਜ ਵੀ ਹੁੰਦਾ ਜੇ। ਇਹਦਾ ਦੂਜਾ ਪੱਖ 'ਚ ਜਿਹੜਾ ਗੁਰੂ ਸਾਹਿਬ ਦੇ ਅਰਥ ਮਾਇਆ ਖਰਚਦਾ, ਪਰਵਾਹ ਨਹੀਂ ਕਰਦਾ, ਭਾਵਨਾ ਰੱਖਦਾ, ਪਿਆਰਿਓ ਗੁਰੂ ਸਾਹਿਬ ਨੂੰ ਕਮੀ ਨਹੀਂ 'ਚ ਰਹਿਣ ਦਿੰਦੇ। ਆਪਾਂ ਕਥਾ ਵੀ ਸ਼ੁਰੂ ਕਰਨੀ, ਬਸ ਮੈਂ ਇੱਕ ਗੁਰਮੁਖਾਂ ਦੇ ਬੋਲ ਕਹਿ ਦੇਣਾ, ਦਸਵੰਧ ਦੇਣ ਵਾਲੇ ਦੀ ਜੇਬ ਕਦੀ ਖਾਲੀ ਨਹੀਂ ਜੇ ਹੁੰਦੀ, ਕਿਤੇ ਨਾ ਕਿਤੋਂ ਪੈ ਹੀ ਜਾਂਦੀ ਮਾਇਆ, ਕਿਤੋਂ ਨਾ ਕਿਤੋਂ ਰੱਬ ਟਾਹਣੀ ਨਵਾ ਦਿੰਦਾ, ਕਿਤੋਂ ਨਾ ਕਿਤੇ ਕਿਰਪਾ ਹੋ ਹੀ ਜਾਂਦੀ ਹੈ। ਸਵੇਰੇ ਕੁੱਪੀ ਵੇਖੀ ਤੇ ਲਬਾ ਲਬ ਘਿਓ ਦੀ ਭਰੀ ਹੈ। ਭਾਈ ਫੇਰੂ ਹੈਰਾਨ ਹੋ ਗਿਆ, ਇਹ ਕੁੱਪੀ ਕਿਵੇਂ ਭਰੀ ਹੋਈ ਹੈ। ਅੱਗੋਂ ਹੁਣ ਕਥਾ ਸੁਣੋ, ਗੱਜ ਕੇ ਆਖੋ ਸਤਨਾਮ। ਹਾਂਜੀ। ਰਹਿਓ ਵਿਚਾਰਤ ਕੇਤਿਕ ਸਮੋ। ਉਹ ਜਦੋਂ ਕੁੱਪੀ ਭਰੀ ਵੇਖੀ ਤੇ ਕੁਝ ਸਮਾਂ ਤੇ ਵਿਚਾਰਦੇ ਹੀ ਰਹੇ ਜੀ, ਕਾਫੀ ਸਮਾਂ ਵਿਚਾਰਦੇ ਰਹੇ ਵੀ ਕੁੱਪੀ ਕਿਵੇਂ ਭਰੀ ਗਈ। ਆਪਣੀ ਘਰ ਵਾਲੀ ਨੂੰ ਪੁੱਛਿਆ ਵੀ ਕੁੱਪੀ ਤੂੰ ਤਾਂ ਨਹੀਂ ਘਿਓ ਦੀ ਭਰੀ। ਉਹ ਕਹਿਣ ਲੱਗੀ ਜੀ ਨਹੀਂ, ਜਿਵੇਂ ਤੁਸੀਂ ਟੰਗੀ ਉਵੇਂ ਹੀ ਹੈ। ਆਸੇ ਪਾਸੇ ਵਾਲਿਆਂ ਨੂੰ, ਪਰਿਵਾਰ ਦੇ ਜੀਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਨਹੀਂ ਅਸੀਂ ਨਹੀਂ ਕੁੱਪੀ ਭਰੀ। ਹਾਂਜੀ। ਲਖਿਓ ਪ੍ਰਤਾਪ ਕਰਤ ਭਾ ਨਮੋ। ਭਾਈ ਫੇਰੂ ਨੇ ਫਿਰ ਸਮਝਿਆ ਵੀ ਉਹ ਜਿਹੜੇ ਬਜ਼ੁਰਗ ਨੇ ਘਿਓ ਮੰਗਿਆ ਸੀ ਨਾ ਸਿੱਖਾਂ ਕਾਮਿਆਂ ਵਾਸਤੇ, ਉਹ ਕਮਾਈ ਵਾਲਾ ਹੈ। ਪ੍ਰਤਾਪ ਸਮਝ ਕੇ ਨਾ, ਪ੍ਰਤਾਪ ਮਨ ਚ ਜਾਣ ਕੇ ਤੇ ਘਰ ਖਲੋਤਿਆਂ ਨੇ ਹੀ ਮੱਥਾ ਟੇਕਿਆ ਜੀ, ਧਿਆਨ ਧਾਰ ਕੇ। ਹਾਂਜੀ। ਭਗਤੂ ਨਿਕਟ ਗਇਓ ਤਤਕਾਲ। ਉਸੇ ਸਮੇਂ ਅੱਜ ਲੂਣ ਖੰਡ ਘਿਓ ਨਹੀਂ ਚੁੱਕਿਆ, ਆਖੋ ਵਾਹਿਗੁਰੂ। ਅੱਜ ਨਹੀਂ ਸਭ ਕੁਝ ਲਿਆ, ਅੱਜ ਉਹ ਕੁੱਪੀ ਲਈ ਉਸੇ ਤਰ੍ਹਾਂ ਫਿਰ ਵਾਪਸ ਗਏ ਜੀ। ਭਾਈ ਭਗਤੂ ਜੀ ਦੇ ਕੋਲ ਗਏ ਚਰਨ ਕਹਿ ਬਿਨੇ ਵਿਸਾਲਾ। ਇਹਨਾਂ ਕਿਉਂਕਿ ਜਦੋਂ ਬੰਦੇ ਨਾਲ ਕਰਾਮਾਤ ਵਰਤ ਜਾਂਦੀ ਨਾ, ਫਿਰ ਸਾਧ ਸੰਗਤ ਜੀ ਜ਼ਿਆਦਾ ਜੁੜਦਾ ਹੈ। ਜਦੋਂ ਜ਼ਿੰਦਗੀ 'ਚ ਕੁਝ ਵਰਤਦਾ ਹੈ, ਕੋਈ ਇਨਸੀਡੈਂਟ ਵਰਤਦਾ ਹੈ, ਫਿਰ ਜ਼ਿਆਦਾ ਜੁੜਦਾ। ਜਾ ਕੇ ਭਾਈ ਭਗਤੂ ਜੀ ਦੇ ਚਰਨ ਫੜ ਲਏ ਜੀ ਭਾਈ ਫੇਰੂ ਜੀ ਨੇ। ਹਾਂਜੀ। ਮੈਂ ਰਾਵਰ ਕੀ ਸ਼ਰਨ ਪਹੁੰਚਾ। ਕਹਿਣ ਲੱਗੇ ਜੀ ਮਹਾਰਾਜ, ਭਾਈ ਭਗਤੂ ਜੀ ਨੂੰ ਆਖਿਆ ਅੱਜ ਮੈਂ ਤੁਹਾਡੀ ਸ਼ਰਨ 'ਚ ਪੈ ਗਿਆ, ਤੁਸੀਂ ਕਮਾਈ ਵਾਲੇ ਹੈਗੇ ਹੋ। ਹਾਂਜੀ। ਤੁਮ ਗਹੀਰ ਆਸ਼ੈ ਮਤ ਉੱਚਾ। ਤੁਸੀਂ ਬੜੀ ਉੱਚੀ ਮੱਤ ਵਾਲੇ ਹੋ, ਤੁਹਾਡੇ 'ਚ ਸਿਆਣਪ ਬਹੁਤ ਹੈ, ਤੁਸੀਂ ਬੜੇ ਪਹੁੰਚੇ ਹੋਏ ਹੋ। ਕਿਉਂਕਿ ਵੇਖ ਜੂ ਲਿਆ ਜੀ, ਵਰਤ ਜੂ ਗਿਆ। ਹਾਂਜੀ। ਅਨੁਰਾਗਿਓ ਮੈਂ ਤਿਆਗਿਓ ਨਾਹੀ। ਹੁਣ ਮੈਨੂੰ ਤੁਹਾਡੇ ਨਾਲ ਪ੍ਰੇਮ ਪੈਦਾ ਹੋ ਗਿਆ, ਮੈਂ ਨਹੀਂ ਤੁਹਾਨੂੰ ਛੱਡਣਾ। ਆਖੋ ਵਾਹਿਗੁਰੂ। ਪੂਰਬਲੀ ਭਗਤੀ ਸੀਗੀ ਜੀ ਇਸ ਭਾਈ ਦੀ ਵੀ, ਫੇਰੀ ਵਾਲੇ ਦੀ ਵੀ। ਮੈਂ ਨਹੀਂ ਹੁਣ ਤੁਹਾਨੂੰ ਛੱਡਣਾ। ਹਾਂਜੀ। ਕਰਹੁ ਸਿੱਖ ਰੱਖੋ ਨਿਜ ਪਾਹੀ। ਤੇ ਮੈਨੂੰ ਆਪਣੇ ਕੋਲ ਹੀ ਰੱਖੋ ਤੇ ਆਪਣਾ ਸਿੱਖ ਬਣਾ ਲਓ, ਆਪਣਾ ਸੇਵਕ ਬਣਾ ਲਓ। ਮੈਂ ਤੁਹਾਡਾ ਸੇਵਕ ਬਣ ਕੇ ਰਹਿਣਾ ਤੁਹਾਡੇ ਕੋਲ। ਵੇਖ ਲਓ, ਕੁਝ ਵੇਖ ਲਿਆ ਨਾ ਜੀ, ਤੇ ਮਾਫ ਕਰਿਓ, ਇੱਥੇ ਬੰਦਾ ਦਿਹਾੜੀ 'ਚ ਪਤਾ ਨਹੀਂ ਰੋਜ਼ ਕਿੰਨੀ ਕੁ ਵਾਰੀ ਵੇਖਦਾ ਜੀ। ਮਨ ਬੜਾ ਵਿੰਗਾ ਹੈਗਾ, ਫਿਰ ਮੁੜ ਕੁੜ ਕੇ ਉੱਥੇ ਹੀ ਫਿਰ ਉਹੋ ਜਿਹਾ ਹੋ ਜਾਂਦਾ ਜੀ। ਹਾਂਜੀ। ਸੁਨ ਕਰ ਭਗਤੂ ਬਾਕ ਉਚਾਰਾ। ਭਾਈ ਭਗਤੂ ਜੀ ਨੇ ਜਦੋਂ ਸੁਣਿਆ ਵੀ ਫੇਰੀ ਵਾਲਾ ਭਾਈ ਕਹਿੰਦਾ ਵੀ ਮੈਂ ਤੇਰਾ ਸਿੱਖ ਬਣਨਾ, ਤੇ ਭਾਈ ਭਗਤੂ ਜੀ ਬੜੀ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ, ਸ਼੍ਰੀ ਸਤਿਗੁਰ ਹੈ ਪੁਰਖ ਉਧਾਰਾ। ਨਾ ਪਿਆਰਿਆ, ਸ਼੍ਰੀ ਸਤਿਗੁਰ ਹੈ ਪੁਰਖ ਉਧਾਰਾ। ਪਿਆਰਿਆ, ਮੇਰਾ ਗੁਰੂ ਬੜਾ ਵੱਡਾ ਹੀ ਕਹਿਣ ਲੱਗੇ। ਉਦਾਰਾ ਦਾ ਅਰਥ ਵੱਡਾ ਵੀ ਹੁੰਦਾ ਜੀ। ਮੇਰੇ ਗੁਰੂ ਜੀ ਸਤਿਗੁਰੂ ਨੇ, ਬੜੇ ਵੱਡੇ ਨੇ। ਹਾਂਜੀ। ਮਹਾਰਾਜ ਰਾਜਨ ਕੇ ਰਾਜਾ। ਜਿਹੜੇ ਮੇਰੇ ਸਤਿਗੁਰੂ ਹੈ ਨਾ, ਉਹ ਰਾਜਨ ਕੇ ਰਾਜਾ, ਮਹਾਰਾਜਾ।
ਉਹ ਮਹਾਰਾਜਿਆਂ ਦੇ ਮਹਾਰਾਜੇ ਨੇ, ਉਹ ਤੇ ਪਾਤਸ਼ਾਹ ਨੇ ਬੜੇ ਵੱਡੇ। ਤੇ ਵੇਖਿਓ ਉਸੇ ਧਰਤੀ ਤੇ ਹੀ ਭਾਈ ਫੇਰੀ ਵਾਲਾ ਵੀ ਰਹਿੰਦਾ, ਉਸੇ ਤੇ ਹੀ ਗੁਰੂ ਸਾਹਿਬ ਰਹਿੰਦੇ ਜਦੋਂ ਕਿਸਮਤ ਬਣਨੀ ਹੋਵੇ ਜੀ। ਇਹ ਕੀਰਤਪੁਰ ਸਾਹਿਬ ਦੀ ਗੱਲ 'ਚ। ਹਾਂਜੀ। ਰਾਜਤ ਤੀਨ ਲੋਕ ਸਿਰ ਤਾਜਾ। ਉਹ ਮੇਰੇ ਗੁਰੂ ਜੀ, ਮੇਰੇ ਸਤਿਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਨੇ, ਤ੍ਰਿਲੋਕੀ ਦੇ ਮਾਲਕ ਨੇ। ਤਿਨ ਕੇ ਹਮ ਸਮਾਨ ਪ੍ਰਧਾਨ। ਤੇ ਉਹਨਾਂ ਦੇ ਅਸੀਂ ਮੰਤਰੀਆਂ ਵਰਗੇ ਹੈਗੇ ਆ। ਆਖੋ ਵਾਹਿਗੁਰੂ। ਉਹ ਮਹਾਰਾਜੇ ਨੇ, ਅਸੀਂ ਉਹਨਾਂ ਦੇ ਮੰਤਰੀ ਹੈਗੇ ਆ। ਭਾਵ ਭਾਈ ਭਗਤੂ ਜੀ ਦੇ ਦੱਸਣ ਦਾ ਮਤਲਬ ਵੀ ਮੈਂ ਤੇ ਬਹੁਤ ਛੋਟਾ ਹੈਗਾ, ਮੇਰੇ ਤੋਂ ਉੱਤੇ ਵੀ ਬੈਠੇ ਨੇ, ਮੇਰੇ ਤੋਂ ਵੀ ਉੱਤੇ ਬੈਠੇ ਮੇਰੇ ਗੁਰੂ ਜੀ। ਹਾਂਜੀ। ਸਮ ਸੈਨ ਕੇ ਸੁਪਟ ਮਹਾਨ। ਜਿਵੇਂ ਸੈਨਾ ਵਾਹਿਗੁਰੂ ਰਾਜੇ ਦੀ ਸੈਨਾ ਹੁੰਦੀ ਹੈ ਤੇ ਉਹਦੇ ਸੂਰਮੇ ਹੁੰਦੇ ਆ, ਅਸੀਂ ਤੇ ਆਪਣੇ ਗੁਰੂ ਦੇ ਸੂਰਮੇ ਹੈਗੇ ਆ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਹਾਂਜੀ। ਸਤਿਗੁਰ ਅਛਤ ਨ ਉਚਿਤ ਹਮਾਰੇ। ਸਤਿਗੁਰੂ ਦੇ ਹੁੰਦਿਆਂ ਭਾਈ ਭਗਤੂ ਜੀ ਕਹਿੰਦੇ ਚੇਤਾ ਰੱਖਿਓ, ਸਿੱਖ 'ਚ ਇਮਾਨਦਾਰੀ ਬੜੀ ਹੁੰਦੀ ਜੇ। ਗੁਰਸਿੱਖ ਇਮਾਨਦਾਰ ਹੁੰਦਾ ਜੀ। ਛਲ ਵੀ ਕਰੀ ਜਾਣੇ, ਦੂਜਿਆਂ ਦੇ ਹਿੱਸੇ ਵੀ ਮਾਰ ਲੈਣੇ ਤੇ ਆਖਣਾ ਮੈਂ ਗੁਰਸਿੱਖ ਆ। ਨਹੀਂ ਪਿਆਰਿਆ, ਤੂੰ ਗੁਰਸਿੱਖ ਨਹੀਂ ਹੈਗਾ, ਤੂੰ ਨਹੀਂ ਅਜੇ ਗੁਰਸਿੱਖ ਬਣਿਆ। ਸਿੱਖ ਇਮਾਨਦਾਰ ਹੁੰਦਾ। ਭਾਈ ਭਗਤੂ ਜੀ ਕਹਿੰਦੇ ਗੁਰੂ ਸਾਹਿਬ ਦੇ ਹੁੰਦਿਆਂ। ਹਾਂਜੀ। ਸਿੱਖ ਬਣਾਏ ਤੋਹੇ ਕਰਹਿ ਉਧਾਰੇ। ਮੈਂ ਆਪਣਾ ਸਿੱਖ ਕਿਸੇ ਨੂੰ ਬਣਾਵਾਂ? ਨਾ ਨਾ ਨਾ। ਆਖੋ ਵਾਹਿਗੁਰੂ। ਮੈਂ ਤਾਂ ਆਪ ਸਿੱਖ ਹਾਂ। ਇਸ ਦੁਨੀਆ ਤੇ ਖੁਦ ਤੁਰਦੇ ਫਿਰਦੇ ਰੱਬ ਨੇ। ਉਹ ਕਹਿੰਦਾ ਜੀ ਨਾਮ ਦੱਸ ਦਿਓ। ਫੇਰੀ ਵਾਲਾ ਭਾਈ, ਤੁਹਾਡੇ ਸਤਿਗੁਰੂ ਦਾ ਫਿਰ ਨਾਮ ਕੀ ਹੈ? ਤੇ ਭਾਈ ਭਗਤੂ ਜੀ ਕਹਿੰਦੇ ਖੁਦ ਭਗਵਾਨ ਸਤਿਗੁਰੂ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਗੱਜ ਕੇ ਕਹਿ ਦਿਓ ਸਾਰੇ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਮੇਰੇ ਗੁਰੂ ਜੀ ਦਾ ਨਾਮ ਹੈ ਇਹ। ਸਤਿਗੁਰ ਵੱਡਾ ਕਰਸਾ ਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰੂ ਸਾਹਿਬ ਦਾ ਨਾਮ ਸਤਿਕਾਰ ਦੇ ਨਾਲ ਲਿਆ ਕਰੋ, ਇਹਦਾ ਵੀ ਫਲ ਮਿਲਦਾ ਚੰਗਾ, ਇਹਦਾ ਵੀ ਫਾਇਦਾ ਹੁੰਦਾ ਜੀ। ਹਾਂਜੀ। ਜਾਓ ਸ਼ਰਨ ਅਬ ਸ਼੍ਰੀ ਹਰਿ ਰਾਏ। ਸਿੱਖ ਬਣਾਏ ਤੋਹੇ ਕਰਹਿ ਉਧਾਰਾ। ਗੁਰੂ ਸਾਹਿਬ ਤੈਨੂੰ ਸਿੱਖ ਬਣਾਉਣਗੇ, ਤੇਰਾ ਉਧਾਰ ਕਰਨਗੇ। ਪਿਆਰਿਆ, ਸੇਵਕ ਦਾ ਸੇਵਕ ਥੋੜੀ ਬਣੀਦਾ। ਮੈਂ ਜਿਹਦਾ ਸੇਵਕ ਆ, ਤੂੰ ਵੀ ਉਹਦਾ ਸੇਵਕ ਬਣ। ਆਪਣੇ ਨਾਲ ਨਹੀਂ ਚ ਜੋੜਿਆ, ਆਪਣੇ ਸਤਿਗੁਰੂ ਨਾਲ ਜੋੜਿਆ ਜੀ। ਜਾਹੋ ਸ਼ਰਨ ਅਬ ਸ਼੍ਰੀ ਹਰਿ ਰਾਏ। ਜਾ ਗੁਰੂ ਸਾਹਿਬ ਦੇ ਚਰਨਾਂ 'ਚ ਜਾ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਚਲੇ ਜਾ। ਕਰਹਿ ਮੋਖ ਨਿਜ ਦਾਸ ਬਣਾਏ। ਉਹ ਤੈਨੂੰ ਸੇਵਕ ਬਣਾਉਣਗੇ, ਤੈਨੂੰ ਮੁਕਤੀ ਵੀ ਦੇਣਗੇ। ਹਾਂਜੀ। ਸੁਣ ਕਰ ਜੋਰਤ ਬਾਕ ਬਖਾਨਾ। ਤੇ ਫੇਰੀ ਵਾਲੇ ਭਾਈ ਨੇ ਹੱਥ ਜੋੜ ਲਏ। ਹੱਥ ਜੋੜ ਕੇ ਭਾਈ ਭਗਤੂ ਜੀ ਨੂੰ ਕਿਹਾ, ਮੈਂ ਅਬ ਇਕਰਾਵਰ ਕੋ ਜਾਣਾ। ਕਹਿਣ ਲੱਗਾ ਜੀ ਮੈਂ ਤੇ ਤੁਹਾਨੂੰ ਹੀ ਜਾਣਦਾ ਨਾ, ਮੈਂ ਤੇ ਤੁਹਾਡੇ ਦਰਸ਼ਨ ਕੀਤੇ, ਮੈਂ ਤੇ ਤੁਹਾਨੂੰ ਹੀ ਜਾਣਦਾ। ਹਾਂਜੀ। ਸਤਿਗੁਰ ਨਿਕਟ ਚਲੋਲੇ ਸਾਥ। ਬਾਕੀ ਜੇ ਗੱਲ ਹੈ ਤੇ ਮੈਂ ਕੱਲਿਆਂ ਨਹੀਂ ਤੇ ਜਾਣਾ। ਆਖੋ ਵਾਹਿਗੁਰੂ। ਇਹ ਗੱਲ ਬੜੀ ਵਧੀਆ ਹੈ। ਮੈਂ ਕੱਲਿਆਂ ਨਹੀਂ ਜਾਣਾ, ਮੈਨੂੰ ਤੁਸੀਂ ਗੁਰੂ ਸਾਹਿਬ ਕੋਲ ਲੈ ਜਾਓ, ਤੁਸੀਂ ਲੈ ਜਾਓ। ਕਿਉਂ? ਕਿਉਂਕਿ ਜਦੋਂ ਬਖਸ਼ਿਆ ਹੋਇਆਂ ਦੇ ਨਾਲ ਜਾਈਏ ਨਾ ਤੇ ਕੁਝ ਭਲਾ ਹੋ ਜਾਂਦਾ ਜੀ। ਜਿਹੋ ਜਿਹੇ ਦੇ ਨਾਲ ਜਾਂਦੇ ਉਹੋ ਜਿਹੇ ਦਾ ਅਸਰ ਹੁੰਦਾ ਹੈ, ਉਹੋ ਜਿਹੇ ਦਾ ਅਸਰ ਹੋ ਜਾਂਦਾ ਜੀ। ਉਹ ਕਹਿਣ ਲੱਗਾ ਜੀ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਮਹਾਰਾਜ ਦੇ ਕੋਲ। ਹਾਂਜੀ। ਧਰੋਂ ਚਰਨ ਕਮਲਨ ਪਰਮਾਥ। ਮੈਂ ਵੀ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਾਂ, ਜਿਨ੍ਹਾਂ ਦੇ ਚਰਨਾਂ 'ਚ ਤੁਸੀਂ ਰਹਿ ਕੇ ਇੰਨੇ ਮਹਾਨ ਬਣ ਗਏ ਹੋ। ਹਾਂਜੀ। ਕਹਿ ਕਰ ਤਿਨ ਕੋ ਸਿੱਖ ਬਣਾਵੋ। ਤੇ ਗੁਰੂ ਸਾਹਿਬ ਨੂੰ ਕਹਿ ਕੇ ਮੈਨੂੰ ਸਿੱਖੀ ਦਵਾ ਦਿਓ, ਮੈਨੂੰ ਮਹਾਰਾਜ ਦਾ ਸਿੱਖ ਬਣਾ ਦਿਓ। ਚੇਤਾ ਰੱਖਿਓ, ਕੋਈ ਚਾਹੀਦਾ ਕੋਈ ਜਨ ਹਰਸਿਓ ਦੇਵੈ ਜੋਰ। ਚਰਨ ਗਹੋਂ ਬਕੋ ਸੁਬਰਸਨਾ ਦੀਜਹਿ
ਪ੍ਰਾਨ ਅਕੋਰ। ਹਾਂਜੀ, ਜਨਮ ਜਨਮ ਕੋ ਕਸ਼ਟ ਮਿਟਾਵੋ। ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਜੀ ਦੇ ਕੋਲ ਲੈ ਕੇ ਜਾਓ। ਜਨਮਾਂ ਜਨਮਾਂ ਦੇ ਮੇਰੇ ਕਸ਼ਟ ਜਿਹੜੇ ਐ ਉਹ ਮਿਟ ਜਾਣਗੇ। ਭਇਓ ਦਇਆਲ ਭਗਤੂ ਤਿਸ ਕਾਲ। ਭਾਈ ਭਗਤੂ ਜੀ ਫਿਰ ਦਿਆਲੂ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਿੱਖ ਨੂੰ ਤੇ ਕੋਈ ਤਰਲਾ ਲਵੇ ਉਹਨੂੰ ਦਇਆ ਆਉਂਦੀ ਹੈ। ਭਾਈ ਭਗਤੂ ਜੀ ਦੇ ਮਨ 'ਚ ਤਰਸ ਆ ਗਿਆ। ਲੈ ਕਰ ਚਲਿਓ ਆਪਣੇ ਨਾਲ। ਬਸ ਉਹ ਖੇਤਾਂ 'ਚ ਸਨ ਜੀ। ਉਸੇ ਵੇਲੇ ਖੇਤਾਂ 'ਚੋਂ ਤੁਰੇ, ਹੱਥ 'ਚ ਸੋਟਾ ਤੇ ਕੀਰਤਪੁਰ ਸਾਹਿਬ ਜਿੱਥੇ ਸਤਿਗੁਰੂ ਜੀ ਦਾ ਦਰਬਾਰ ਹੈ ਨਾ, ਉਸ ਪਾਸੇ ਨੂੰ ਤੁਰ ਪਏ ਜੀ। ਜਹਾਂ ਬਿਰਾਜਤ ਸ਼੍ਰੀ ਹਰਿ ਰਾਏ। ਜਿੱਥੇ ਦੀਨ ਦੁਨੀਆ ਦੇ ਮਾਲਕ ਖੁਦ ਪ੍ਰਮਾਤਮਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਬੈਠੇ ਸਨ ਜੀ। ਹਾਂਜੀ, ਪਹੁੰਚੇ ਬੈਠੇ ਸੀਸ ਨਿਵਾਏ। ਪਹੁੰਚੇ, ਜਾ ਕੇ ਸਿਰ ਨਵਾਇਆ ਜੀ। ਆਪਾਂ ਵੀ ਮੱਥਾ ਟੇਕੀਏ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਤੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਸੰਗਤ ਵਿੱਚ ਬਹਿ ਕੇ ਜਾ ਕੇ। ਹਾਂਜੀ, ਬਹਿਸ ਬਦਨ ਤੇ ਗੁਰੂ ਉਚਾਰੀ। ਬਹਿਸ ਬਦਨ ਤੇ ਗੁਰੂ ਉਚਾਰੀ। ਖੁਸ਼ ਹੋ ਕੇ ਮੁਸਕਰਾ ਕੇ ਮਹਾਰਾਜ ਭਾਈ ਭਗਤੂ ਜੀ ਨੂੰ ਕਹਿਣ ਲੱਗੇ, ਆਵੋ ਭਾਈ ਪਰ ਉਪਕਾਰੀ। ਆਵੋ ਭਾਈ ਪਰ ਉਪਕਾਰੀ। ਮਹਾਰਾਜ ਕਹਿੰਦੇ ਆਓ ਪਰਉਪਕਾਰੀ ਭਾਈ ਜੀ ਆ ਜਾਓ। ਪਰਉਪਕਾਰੀ ਕੌਣ ਹੁੰਦਾ ਜੀ? ਜਿਹਨੂੰ ਜਾਣਦੇ ਨਹੀਂ ਉਹਦੇ ਤੇ ਵੀ ਉਪਕਾਰ ਕਰਨਾ ਜੀ। ਜਿਹਦਾ ਪਤਾ ਹੀ ਨਹੀਂ ਵੀ ਇਹ ਕੌਣ ਹੈਗਾ ਜੀ, ਉਹਦਾ ਵੀ ਭਲਾ ਮੰਗਣਾ। ਆਪਣਿਆਂ ਦਾ ਭਲਾ ਤੇ ਸਾਰੇ ਹੀ ਮੰਗਦੇ ਆ। ਆਪਣਿਆਂ ਦਾ ਭਲਾ ਕੌਣ ਨਹੀਂ ਮੰਗਦਾ? ਜਿਹਨੂੰ ਜਾਣਦੇ ਵੀ ਨਹੀਂ ਜੀ ਉਹਦਾ ਵੀ ਭਲਾ ਮੰਗਣਾ, ਉਹਨੂੰ ਪਰਉਪਕਾਰੀ ਕਹਿੰਦੇ ਜੀ। ਪਰ ਪਰਾਇਆ ਉੱਤੇ ਉਪਕਾਰ ਕਰਨਾ ਜੀ। ਆਓ ਪਰਉਪਕਾਰੀ ਜੀ। ਹਾਂਜੀ, ਆਨਿਓ ਕੌਣ ਆਪਣੇ ਸੰਗ। ਆ ਨਾਲ ਆਪਣੇ ਕਿਹਨੂੰ ਲੈ ਕੇ ਆਂਦਾ ਜੇ? ਅੱਜ ਕਿਹਨੂੰ ਆਪਣੇ ਨਾਲ ਲੈ ਆਏ ਹੋ? ਕਿਉ ਨਾ ਅਜਾਇਬ ਰੰਗਿਓ ਰੰਗ। ਤੁਸੀਂ ਆਪੇ ਹੀ ਕਿਉਂ ਨਹੀਂ ਉਹਨੂੰ ਰੱਬ ਦੇ ਰੰਗ 'ਚ ਰੰਗ ਦਿੱਤਾ? ਇੱਥੇ ਲੈ ਆਏ ਹੋ। ਹਾਂਜੀ, ਤਬ ਭਗਤੂ ਕਰ ਬੰਦ ਬਖਾਨਾ। ਤੇ ਭਾਈ ਭਗਤੂ ਜੀ ਨੇ ਫਿਰ ਹੱਥ ਜੋੜੇ ਜੀ। ਬੜੇ ਨਿਮਰਤਾ ਦੇ ਵਿੱਚ ਆ ਗਏ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਜਹਾਂ ਬਿਰਾਜਤ ਚੰਦ ਮਹਾਨਾ। ਸੱਚੇ ਪਾਤਸ਼ਾਹ ਜਿੱਥੇ ਖੁਦ ਚੰਦ ਚੜਿਆ ਹੋਵੇ, ਜਿੱਥੇ ਖੁਦ ਚੰਦ ਦਾ ਨਿਵਾਸ ਹੋਵੇ। ਹਾਂਜੀ, ਕਹਾਂ ਸ਼ਕਤ ਪ੍ਰਕਾਸ਼ਹਿ ਤਾਰਾ। ਉੱਥੇ ਤਾਰਾ ਕੀ ਰੌਸ਼ਨੀ ਕਰੇਗਾ? ਵੇਖੋ ਬਾਹਰੀ ਦੁਨੀਆ 'ਚ ਤੇ ਇੰਝ ਹੀ ਹੈ ਨਾ ਵੀ ਤਾਰਾ ਛੋਟਾ ਲੱਗਦਾ, ਚੰਦ ਵੱਡਾ ਲੱਗਦਾ। ਮਹਾਰਾਜ ਗੁਰੂ ਸਾਹਿਬ ਨੇ ਜੋ ਕਿਹਾ ਵੀ ਇਹਨੂੰ ਸਾਡੇ ਕੋਲ ਲੈ ਆਇਆ, ਆਪੇ ਕਿਉਂ ਨਹੀਂ ਰੰਗ ਲਾਤਾ? ਭਾਈ ਭਗਤੂ ਜੀ ਕਹਿੰਦੇ ਜਿੱਥੇ ਚੰਦ ਹੋਵੇ ਉੱਥੇ ਤਾਰੇ ਨਹੀਂ ਕੁਛ ਕਰਦੇ। ਹਾਂਜੀ, ਏਵ ਜਥੋ ਚਿਤ ਹਿਰਦੈ ਵਿਚਾਰਾ। ਇਹ ਮੈਂ ਵਿਚਾਰ ਕੀਤੀ ਆਪਣੇ ਮਨ ਵਿੱਚ ਵੀ ਜਿੱਥੇ ਸਾਡੇ ਸਤਿਗੁਰੂ ਹੋਣ ਉੱਥੇ ਅਸੀਂ ਸ਼ਕਤੀ ਵਿਖਾ ਕੇ ਕੀ ਕਰਨਾ ਹੈ? ਆਖੋ ਵਾਹਿਗੁਰੂ। ਨਹੀਂ ਪੁਰਾਣੇ ਸਿੱਖ ਸ਼ਕਤੀ ਵਿਖਾਉਂਦੇ ਸੀਗੇ ਜੀ। ਹਾਂਜੀ, ਦੇਹੋ ਚਰਨਾਮ੍ਰਿਤ ਸਿੱਖ ਕਰੀਜੈ। ਤੇ ਬਖਸ਼ੇ ਹੋਏ ਦੀ ਸਿਫਾਰਿਸ਼ ਹੋ ਗਈ। ਸੱਚੇ ਪਾਤਸ਼ਾਹ ਹੁਣ ਆਪ ਕਿਰਪਾ ਕਰੋ, ਆਪਣਾ ਚਰਨਾ ਅੰਮ੍ਰਿਤ ਦਿਓ, ਆਪਣੇ ਚਰਨਾਂ ਦਾ ਅੰਮ੍ਰਿਤ ਇਹਨਾਂ ਨੂੰ ਬਖਸ਼ਿਸ਼ ਕਰੋ। ਗੁਰਮਤਿ ਉਪਦੇਸ਼ੋ ਸੁਖ ਦੀਜੈ। ਇਹਨਾਂ ਨੂੰ ਵੀ ਗੁਰੂ ਦੀ ਮੱਤ ਦੇ ਦਿਓ, ਉਪਦੇਸ਼ ਦਿਓ। ਮਹਾਰਾਜ ਇਹਨਾਂ ਨੂੰ ਵੀ ਸੁੱਖ ਮਿਲੇ। ਹਾਂਜੀ, ਚੱਲ ਆਇਓ ਹਵੈ ਕੈ ਸ਼ਰਧਾਲੂ। ਇਹ ਚੱਲ ਕੇ ਆਇਆ, ਇਹ ਸ਼ਰਧਾਲੂ ਹੈ ਤੁਹਾਡਾ ਮਹਾਰਾਜ। ਤੁਮ ਕਿਰਪਾਲ ਕਰ ਦਿਓ ਨਿਹਾਲੂ। ਹੁਣ ਕਿਰਪਾ ਕਰੋ ਤੇ ਨਿਹਾਲ ਕਰ ਦਿਓ। ਹੁਣ ਮਹਾਰਾਜ ਜਾਣਦੇ ਸਾਰੀ ਗੱਲ ਜੀ। ਆਖੋ ਸ੍ਰੀ ਵਾਹਿਗੁਰੂ। ਫਿਰ ਆਖੋ ਸਾਰੇ। ਕੁੱਪੀ ਵਾਲੀ ਗੱਲ ਮਹਾਰਾਜ ਜਾਣਦੇ ਆ ਜੀ। ਕਿਉਂ ਵਰਤਾਈ ਕਲਾ ਗੁਰੂ ਜੀ ਨੇ ਜੀ। ਭਾਈ ਭਗਤੂ ਜੀ ਸਿਫਾਰਿਸ਼ ਕਰ ਰਹੇ, ਮਹਾਰਾਜ ਇਹ ਚੱਲ ਕੇ ਆਇਆ, ਸ਼ਰਧਾ ਨਾਲ ਆਇਆ, ਇਹਨੂੰ ਆਪਣਾ ਚਰਨਾ ਅੰਮ੍ਰਿਤ ਦਿਓ, ਇਹਨੂੰ ਨਿਹਾਲ ਕਰੋ, ਇਹਨੂੰ ਸਿੱਖੀ ਦੀ ਦਾਤ ਬਖਸ਼ੋ। ਤਬ ਸਤਿਗੁਰ ਅਨਵਾਏ ਸੋ ਜਲ ਕੋ। ਮਹਾਰਾਜ ਨੇ ਨਹੀਂ ਕੁਛ ਪੁੱਛਿਆ ਜੀ, ਕਿਉਂਕਿ ਜਦੋਂ ਵੱਡੇ ਸਿਫਾਰਿਸ਼ ਲੈ ਕੇ ਆਉਣ ਫਿਰ ਪੁੱਛਿਆ ਨਹੀਂ ਜਾਂਦਾ। ਭਾਈ ਭਗਤੂ ਜੀ ਵੱਡੇ ਸਿੱਖ ਨੇ। ਮਹਾਰਾਜ ਨੇ ਫਿਰ ਜਲ ਮੰਗਵਾਇਆ ਜੀ, ਉਸੇ ਵੇਲੇ ਹੀ ਜਲ ਮੰਗਵਾਇਆ ਜੀ। ਹਾਂਜੀ, ਕਰੇ ਪਖਾਰਨ ਚਰਨ ਕਮਲ ਕੋ। ਉਹਦੇ ਵਿੱਚ ਚਰਨ ਪਾਏ
ਚਰਨਾ ਅੰਮ੍ਰਿਤ ਬਣਾਇਆ ਜੀ, ਅੰਮ੍ਰਿਤ ਬਣਾਇਆ ਜੀ। ਹਾਂਜੀ, ਕਿਰਪਾ ਸਹਿਤ ਹੋਏ ਪਾਹੁਲ ਦੀਨ। ਤੇ ਕਿਰਪਾ ਦੇ ਘਰ ਚ ਆਏ ਗੁਰੂ ਹਰਿ ਰਾਏ ਸਾਹਿਬ, ਉਸ ਫੇਰੀ ਵਾਲੇ ਭਾਈ ਨੂੰ ਆਪ ਜਲ ਛਕਾਇਆ ਜੀ ਮਹਾਰਾਜ ਨੇ, ਆਪ ਜਲ ਛਕਾਇਆ। ਉਸੇ ਵੇਲੇ ਹੀ ਸਿੱਖੀ ਬਖਸ਼ਿਸ਼ ਕੀਤੀ ਮਹਾਰਾਜ ਨੇ। ਕਹਾ ਨਾਮ ਤੁਹੇ ਬੂਝਨ ਕੀਨ। ਵੇਖ ਲੋ, ਨਹੀਂ ਤੇ ਪਹਿਲਾਂ ਪੁੱਛੀਦਾ ਨਾ ਨਾਮ ਕੀ ਹੈ, ਪਤਾ ਕੀ ਹੈ। ਭਾਈ ਭਗਤੂ ਜੀ ਸਿਫਾਰਿਸ਼ ਲੈ ਕੇ ਆਏ ਆ, ਸਿੱਖੀ ਦੇ ਕੇ ਫਿਰ ਗੁਰੂ ਹਰਿ ਰਾਏ ਸਾਹਿਬ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਪੁੱਛਦੇ ਆ। ਮਹਾਰਾਜ ਕਹਿੰਦੇ, ਭਲਿਆ ਭਲਿਆ ਪੁਰਖਾ, ਤੇਰਾ ਨਾਮ ਕੀ ਹੈ? ਕਹਿਣ ਲੱਗੇ। ਹਾਂਜੀ, ਬੋਲਿਓ ਸੁਣੀਏ ਕਰੁਣਾ ਧਾਮ। ਭਾਈ ਸਾਧ ਸੰਗਤ ਜੀ, ਉਹ ਫੇਰੀ ਵਾਲਾ ਤੇ ਨਿਹਾਲ ਹੋ ਗਿਆ, ਜਿਹਨੂੰ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਜਲ ਛਕਣ ਨੂੰ ਮਿਲ ਜੇ, ਉਹਦੇ ਤੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਬੜਾ ਤੱਤ ਰਹਿੰਦਾ ਜੇ ਇਹਨਾਂ ਗੱਲਾਂ 'ਚ। ਫਿਰ ਭਾਈ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਪਿਤ ਰਾਖਿਓ ਮਮ ਸੰਗਤ ਨਾਮ। ਸੱਚੇ ਪਾਤਸ਼ਾਹ, ਮੇਰੇ ਪਿਤਾ ਨੇ ਮੇਰਾ ਨਾਮ ਸੰਗਤ ਰੱਖਿਆ। ਉਂਝ ਨਾਮ ਸੰਗਤੀਆ ਸੀ। ਵੇਖੋ ਭਾਈ ਸੰਗਤੀਆ ਜੀ ਦੇ ਪਿਤਾ ਜੀ ਦੀ ਸੁਰਤ ਕਿੰਨੀ ਉੱਚੀ ਹੋਏਗੀ। ਹਾਂਜੀ, ਸੁਰਤ ਕਿੰਨੀ ਉੱਚੀ ਹੋਏਗੀ। ਆਪਣੇ ਬੱਚੇ ਦਾ ਨਾਮ ਸੰਗਤ ਰੱਖਿਆ ਜੀ, ਸੰਗਤ ਰੱਖਿਆ। 3 ਤਰੀਕੇ ਦੇ ਨਾਮ ਨੇ ਬੰਦੇ ਦੀ ਜ਼ਿੰਦਗੀ 'ਚ ਰੱਖੇ ਜਾਂਦੇ, ਇਹਨੂੰ ਧਿਆਨ ਨਾਲ ਸੁਣਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਕਹਿੰਦੇ, ਮੇਰੇ ਪਿਤਾ ਨੇ ਮੇਰਾ ਨਾਮ ਸੰਗਤ ਰੱਖਿਆ ਜੀ। ਇੱਕ ਪਹਿਲਾ ਨਾਮ ਹੈ, ਸਾਡੇ ਮਾਂ ਪਿਓ ਸਾਡਾ ਪਿਆਰ ਨਾਲ ਨਾਮ ਰੱਖਦੇ ਐ। ਕਿਸੇ ਦਾ ਨਾਮ ਧਨਵੰਤ ਸਿੰਘ ਰੱਖਤਾ, ਕਿਸੇ ਦਾ ਨਾਮ ਗੰਡਾ ਸਿੰਘ ਰੱਖਤਾ, ਕਿਸੇ ਦਾ ਨਾਮ ਬਲਦੇਵ ਸਿੰਘ ਰੱਖਤਾ। ਇਹ ਸਾਡੇ ਮਾਂ ਪਿਓ ਨੇ ਨਾਮ ਰੱਖਤਾ ਜੀ। ਇੱਕ ਨਾਮ ਉਦੋਂ ਪ੍ਰਾਪਤ ਹੁੰਦਾ ਜਦੋਂ ਬੰਦਾ ਪੜ੍ਹ ਲਿਖ ਕੇ ਪਦਵੀ ਹਾਸਲ ਕਰਦਾ, ਫਿਰ ਡਾਕਟਰ ਲੱਗ ਜਾਂਦਾ ਨਾਲ ਜੀ। ਇਹ ਜ਼ਿੰਦਗੀ 'ਚ ਦੂਜਾ ਨਾਮ ਹੈ। ਪਰ ਮਾਫ ਕਰਿਓ, ਜੇ ਕਿਤੇ ਲੋਕਾਂ ਨਾਲ ਧੋਖਾ ਕਰੇ, ਲੋਕ ਕਹਿੰਦੇ ਚੋਰ ਡਾਕਟਰ ਹੈਗਾ। ਆਖੋ ਵਾਹਿਗੁਰੂ। ਉਹ ਤੀਜਾ ਨਾਮ ਬੰਦੇ ਦੇ ਕੰਮਾਂ ਕਰਕੇ ਮਿਲ ਜਾਂਦਾ ਜੀ। ਜੇ ਤੇ ਵਕੀਲ ਵਧੀਆ, ਲੋਕਾਂ ਨੇ ਕਹਿਤਾ ਵਕੀਲ ਸਾਹਿਬ, ਤੇ ਜੇ ਮਾੜਾ ਤਾਂ ਲੋਕੀ ਕਹਿੰਦੇ ਚੋਰ ਵਕੀਲ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਲੋਕੀ ਫਿਰ ਇਸ ਤਰ੍ਹਾਂ ਕਹਿ ਦਿੰਦੇ ਜੀ। ਇਸ ਕਰਕੇ 3 ਤਰੀਕੇ ਦੇ ਨਾਮ ਨੇ। ਮਾਂ ਪਿਓ ਰੱਖਦੇ ਆ, ਪੜ੍ਹਾਈ ਰੱਖਦੀ ਹੈ, ਵਿੱਦਿਆ ਰੱਖਦੀ ਹੈ, ਤੀਜਾ ਉਹਦੇ ਕੰਮ ਰੱਖਦੇ ਆ। ਹੁਣ ਮਹਾਰਾਜ ਨੇ ਨਾਮ ਰੱਖਣਾ ਜੀ ਇਹਨਾਂ ਦਾ, ਤਾਂ ਮੈਂ ਬੇਨਤੀ ਕੀਤੀ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰੇ ਪਿਤਾ ਜੀ ਨੇ ਮੇਰਾ ਨਾਮ ਸੰਗਤ ਰੱਖਿਆ। ਹਾਂਜੀ, ਲਵਨ ਕਰਤਾਦ ਉਠਾਵਨ ਕਰੋ। ਤੇ ਮੇਰਾ ਕੰਮਕਾਰ ਕੀ ਹੈ? ਮੈਂ ਲੂਣ, ਘਿਓ, ਮਸਾਲੇ ਚੁੱਕ ਕੇ ਤੇ ਫੇਰੀ ਲਾਉਂਦਾ ਮਹਾਰਾਜ। ਹਾਂਜੀ, 1-2 ਗ੍ਰਾਮਨ ਫੇਰਾ ਫਿਰੋ। ਹਰ ਰੋਜ਼ 1-2 ਪਿੰਡਾਂ ਵਿੱਚ ਜਾਣਾ, ਉੱਥੇ ਫੇਰਾ ਪਾਉਣਾ ਮਹਾਰਾਜ। ਇਮ ਫਿਰ ਤੇ ਮਮ ਜੀਵਾ ਹੋਏ। ਤੇ ਮੇਰੀ ਤੇ ਉਮਰ ਹੀ ਫਿਰਦਿਆਂ ਹੀ ਲੰਘ ਗਈ। ਆਖੋ ਵਾਹਿਗੁਰੂ। ਮੇਰੀ ਤੇ ਉਮਰ ਫਿਰਦਿਆਂ ਲੰਘ ਗਈ ਹੈ। ਕਦੀ 1 ਪਿੰਡ, 2 ਪਿੰਡ, ਫਿਰ ਔਰ ਤੋਂ ਅਗਲੇ ਪਿੰਡ ਚਲੇ ਜਾਣਾ, ਫਿਰ ਔਰ ਤੋਂ ਅਗਲੇ ਪਿੰਡ ਚਲੇ ਜਾਣਾ। ਹਾਂਜੀ, ਬਿਤੀ ਆਰਬਲ ਪੂਰਬ ਜੋਏ। ਪਹਿਲੀ ਉਮਰ ਤਾਂ ਫੇਰੀ ਲਾਉਂਦੇ ਹੀ ਲੰਘ ਗਈ ਹੈ। ਹਾਂਜੀ, ਸੁਣ ਬੋਲੇ ਸਤਿਗੁਰੂ ਹਰਿ ਰਾਏ। ਵਾਹ ਵਾਹ। ਆਖੋ ਧੰਨ ਗੁਰੂ ਹਰਿ ਰਾਏ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ। ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਫਿਰ ਸੁਣ ਕੇ ਕਹਿਣ ਲੱਗੇ, ਅਬ ਤੇ ਹੋਏ ਫੇਰੂ ਤੁਵ ਨਾਏ। ਮਹਾਰਾਜ ਕਹਿੰਦੇ, ਅੱਛਾ ਫੇਰੀ ਲਾਉਂਦਾ ਫਿਰ ਤੂੰ ਪਿਆਰਿਆ, ਫੇਰੀ ਲਾਉਂਦੇ ਜੇ? ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ, ਫਿਰ ਅੱਜ ਤੋਂ ਤੁਹਾਡਾ ਨਾਮ ਫੇਰੂ ਹੀ ਹੈ। ਪੰਥ 'ਚ ਨਾਮ ਪ੍ਰਚਲਿਤ ਹੋਇਆ ਭਾਈ ਫੇਰੂ ਜੀ। ਤੇ ਜਿਹੜਾ ਨਾਮ ਸਤਿਗੁਰੂ ਜੀ ਨੇ ਰੱਖਿਆ ਉਹੋ ਹੀ ਪ੍ਰਚਲਿਤ ਹੈ। ਬਹੁਤ ਘੱਟ ਸੰਗਤ ਨੂੰ ਪਤਾ ਵੀ ਭਾਈ ਫੇਰੂ ਜੀ ਦਾ ਪਹਿਲਾ ਨਾਮ ਸੰਗਤੀਆ ਸੀਗਾ ਜੀ।
ਸਤਿਗੁਰੂ ਦਾ ਰੱਖਿਆ ਨਾਮ ਸਭ ਨੂੰ ਚੇਤਾ ਹੋ ਜਾਂਦਾ ਜੀ। ਹਾਂਜੀ। ਫੇਰ ਕਰਤ ਮਿਲਿਓ ਹਰ ਜਨ ਕੋ। ਮਹਾਰਾਜ ਕਹਿਣ ਲੱਗੇ, ਪਤਾ ਤੁਹਾਡਾ ਨਾਮ ਫੇਰੂ ਕਿਉਂ ਰੱਖਿਆ? ਇਸੇ ਫੇਰੀ ਨੇ ਹੀ ਤੁਹਾਡਾ ਭਲਾ ਕੀਤਾ ਜੀ। ਫੇਰੀ ਨੇ ਹੀ ਭਲਾ ਕੀਤਾ। ਫੇਰੀ ਲਾਉਂਦੇ ਸੀਗੇ ਤੇ ਫੇਰੀ ਲਾਉਂਦਿਆਂ ਲਾਉਂਦਿਆਂ ਰੱਬ ਦੇ ਪਿਆਰੇ ਨਾਲ ਮਿਲਾਪ ਹੋ ਗਿਆ। ਹਾਂਜੀ। ਪਰਿਓ ਸ਼ਰਨ ਕਰ ਸੂਦਾ ਮਨ ਕੋ। ਤੇ ਮਨ ਸਿੱਧਾ ਕਰਕੇ ਤੁਸੀਂ ਉਹਦੀ ਸ਼ਰਨ ਚ ਪੈ ਗਏ। ਮਨ ਸਿੱਧਾ ਕਰਕੇ ਆਪਣੇ ਵਲ ਵਿੰਗ ਕੱਢ ਕੇ ਉਹਦੀ ਸ਼ਰਨ ਚ ਪੈ ਗਏ। ਅਬ ਸਭ ਤਜ ਕਰ ਦੇਗ ਚਲਾਵੋ। ਤੇ ਹੁਣ ਅੱਜ ਤੋਂ ਨਾਮ ਤੇ ਫੇਰੂ ਹੈ, ਪਰ ਫੇਰੀ ਨਹੀਂ ਲਾਉਣੀ। ਨਾਮ ਫੇਰੂ ਹੋਏਗਾ, ਫੇਰੀ ਨਹੀਂ ਲਾਉਣੀ। ਧੰਨ ਗੁਰੂ ਹਰਿਰਾਏ ਸਾਹਿਬ ਆਪਣੇ ਮੁਖ ਤੋਂ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਅਬ ਸਭ ਤਜ ਕਰ ਦੇਗ ਚਲਾਵੋ। ਹੁਣ ਸਭ ਕੁਝ ਛੱਡ ਕੇ ਤੇ ਲੰਗਰ ਚਲਾਓ। ਬਖਸ਼ਿਸ਼ ਕਰ ਦਿੱਤੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਆਪ ਆਪਣੇ ਘਰ ਦਾ ਗੁਜ਼ਾਰਾ ਫੇਰੀ ਲਾ ਕੇ ਕਰਦਾ, ਉਹਨੂੰ ਦੂਜਿਆਂ ਨੂੰ ਛਕਾਉਣ ਵਾਲਾ ਬਣਾ ਦਿੱਤਾ ਜੀ। ਨਿਰਾ ਕਿਹਾ ਨਹੀਂ ਜੀ, ਗੁਰੂ ਜੀ ਨੇ ਬਖਸ਼ਿਸ਼ ਵੀ ਕੀਤੀ ਨਾਲ ਜੀ। ਹਾਂਜੀ। ਸਤਨਾਮ ਸਿਮਰੋ ਗੁਣ ਗਾਵੋ। ਨਾਲੇ ਤੇ ਲੰਗਰ ਚਲਾਵੋ ਤੇ ਨਾਲੇ ਜਪਿਆ ਕਰੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਨਾਲੇ ਲੰਗਰ ਚਲਾਉਣਾ ਤੇ ਨਾਲੇ ਸਤਨਾਮ ਪਰਮੇਸ਼ਰ ਦਾ ਜਪਣਾ। ਹਾਂਜੀ। ਤੇ ਪਰ ਭਗਤੂ ਕੋ ਉਪਕਾਰ। ਪਰ ਇੱਕ ਗੱਲ ਦਾ ਚੇਤਾ ਰੱਖਣਾ, ਤੇਰੇ ਉੱਤੇ ਭਾਈ ਭਗਤੂ ਨੇ ਪਰ ਉਪਕਾਰ ਕੀਤਾ। ਭਾਈ ਭਗਤੂ ਜੀ ਲੈ ਕੇ ਆਏ ਨਾ ਜੀ, ਬਖਸ਼ਿਸ਼ ਦਵਾਤੀ, ਲੰਗਰ ਦੀ ਬਖਸ਼ਿਸ਼ ਕਰਾ ਦਿੱਤੀ ਜੀ। ਇਨਕੇ ਪਗ ਪਰ ਸਿਰ ਕੋ ਧਾਰ। ਇਹਨਾਂ ਨੂੰ ਵੀ ਮੱਥਾ ਟੇਕ, ਮਹਾਰਾਜ ਕਹਿਣ ਲੱਗੇ, ਇਹਨਾਂ ਨੂੰ ਵੀ ਮੱਥਾ ਟੇਕੋ। ਜੋ ਚੇਲੇ ਤੋ ਬਣੇ ਵਿਸ਼ੇਸ਼। ਭਾਈ ਫੇਰੂ, ਸਮਾਂ ਆਏਗਾ ਤੇਰੇ ਚੇਲੇ ਬੜੇ ਬਣਨਗੇ, ਤੇਰੇ ਸੇਵਕ ਬਣਨਗੇ ਨਾ। ਸੋ ਮਾਨੇ ਇਸ ਬੰਸ ਹਮੇਸ਼। ਉਹ ਭਾਈ ਭਗਤੂ ਦੀ ਵੰਸ਼ ਨੂੰ ਮੰਨਣਗੇ, ਭਾਈ ਭਗਤੂ ਦੇ ਪਰਿਵਾਰ ਦੀ ਸੇਵਾ ਕਰਿਆ ਕਰਨਗੇ। ਸੁਣ ਸਤ ਗੁਰ ਤੇ ਭਇਓ ਨਿਹਾਲ। ਭਾਈ ਭਗਤੂ, ਭਾਈ ਫੇਰੂ ਜੀ ਤੇ ਨਿਹਾਲ ਹੋ ਗਏ ਜੀ। ਆਮ ਫੇਰੀਆਂ ਵਾਲੇ ਬੰਦੇ ਗੁਰੂ ਜੀ ਨੇ ਸਿੱਖੀ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਵੀ ਬਖਸ਼ਿਸ਼ ਕੀਤੀ ਤੇ ਲੰਗਰ ਦੀ ਦਾਤ ਵੀ ਬਖਸ਼ਿਸ਼ ਕੀਤੀ ਜੀ। ਭਾਈ ਫੇਰੂ ਜੀ ਨਿਹਾਲ ਹੋ ਗਏ। ਕਦਮ ਪਦਮ ਸਮ ਤਰ ਕਰ ਭਾਲ। ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ ਜੀ। ਬਖਸ਼ਿਸ਼ ਹੋ ਗਈ ਨਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਪੁਨ ਭਗਤੂ ਪਦ ਬੰਧਨ ਕੀ। ਫਿਰ ਭਾਈ ਭਗਤੂ ਜੀ ਨੂੰ ਵੀ ਮੱਥਾ ਟੇਕਿਆ ਜੀ। ਉਹਨਾਂ ਰਾਹੀਂ ਬਖਸ਼ਿਸ਼ ਹੋਈ ਜੀ। ਸਤਿਗੁਰੂ ਦਾ ਸਤਿਕਾਰ, ਗੁਰੂ ਦੇ ਉਸ ਪਿਆਰੇ ਦਾ ਵੀ ਸਤਿਕਾਰ ਜਿਹਦੇ ਰਾਹੀਂ ਜੁੜੇ ਆ ਜੀ। ਗੁਰੂ ਸਾਹਿਬ ਆਪ ਦੱਸ ਰਹੇ ਆ ਜੀ। ਹਾਂਜੀ। ਭਏ ਨਾਮ ਫੇਰੂ ਜਗ ਚੀਨ। ਇਸ ਤਰੀਕੇ ਨਾਲ ਦੁਨੀਆ ਦੇ ਵਿੱਚ ਭਾਈ ਫੇਰੂ ਜੀ ਦਾ ਨਾਮ ਪ੍ਰਸਿੱਧ ਹੋਇਆ। ਹਾਂਜੀ। ਕਾਰ ਦੇਗ ਕੀ ਲਈ ਸੰਭਾਲ। ਭਾਈ ਫੇਰੂ ਜੀ ਨੇ ਫਿਰ ਲੰਗਰ ਦਾ ਕਾਰਜ ਸੰਭਿਆ ਜੀ। ਬੜੀ ਵੱਡੀ ਸੇਵਾ 'ਚ ਲੰਗਰ ਦੀ, ਗੱਜ ਕੇ ਆਖੋ। ਅਸੀਂ ਗੁਰਪੁਰਬ ਤੇ ਲੰਗਰ ਲਾਉਣਾ ਹੁੰਦਾ ਤੇ ਕਿੱਡੀ ਵੇਖੋ ਖੇਚਲ ਪਈ ਹੁੰਦੀ ਸਾਰਿਆਂ ਨੂੰ ਜੀ। ਬੜੀ ਸੇਵਾ 'ਚ ਬੜੀ ਵੱਡੀ ਜ਼ਿੰਮੇਵਾਰੀ ਹੈ ਤੇ ਜਿਨ੍ਹਾਂ ਦੀ ਕੰਮ ਹੀ ਹੈ ਵੀ ਪੱਕਾ ਹੀ ਲੰਗਰ ਲਾਉਣਾ ਜੀ। ਹਾਂਜੀ, ਪੱਕਾ ਲੰਗਰ ਦਾ ਹੀ ਕੰਮ ਹੋ ਗਿਆ ਜੀ ਭਾਈ ਫੇਰੂ ਜੀ ਦਾ। ਕਰਬੇ ਲਗਿਓ ਆਹਾਰ ਵਿਸਾਲ। ਸੋ ਬੜਾ ਵੱਡਾ ਲੰਗਰ ਸ਼ੁਰੂ ਹੋ ਗਿਆ ਜੀ, ਕਿਉਂਕਿ ਬਚਨ ਤੇ ਮਹਾਰਾਜ ਦਾ ਵਰਤਣਾ, ਜਿਵੇਂ ਲੰਗਰ ਸਾਹਿਬ ਹਜੂਰ ਸਾਹਿਬ ਚੱਲਦਾ ਮਹਾਰਾਜ ਦਾ ਬਚਨ। ਭਾਈ ਫੇਰੂ ਜੀ ਦਾ ਬੜਾ ਵੱਡਾ ਲੰਗਰ ਤਿਆਰ ਹੋ ਗਿਆ। ਆਦਿਕ ਭਾਉ ਤੇ ਸਭ ਕੋ ਦੇ। ਭਾਈ ਫੇਰੂ ਜੀ ਸੱਚੇ ਸੁੱਚੇ ਗੁਰਸਿੱਖ ਬਣੇ, ਬੜੀ ਭਾਵਨਾ ਨਾਲ ਸਭ ਨੂੰ ਲੰਗਰ ਛਕਾਉਂਦੇ ਜੀ। ਹਾਂਜੀ। ਤ੍ਰਿਪਤਾ ਵੈ ਬਹੁ ਖੁਸ਼ੀਆਂ ਲੇਤ। ਸੰਗਤਾਂ ਨੂੰ ਰਜਾ ਕੇ ਐ ਆਨੰਦ ਕਰ ਦੇਣਾ ਤੇ ਭਾਈ ਭਗਤੂ ਜੀ ਨੇ ਸੰਗਤਾਂ ਦੀ ਖੁਸ਼ੀ ਲੈਣੀ ਜੀ। ਸੇਵਾ ਕਰ ਕਰਕੇ ਖੁਸ਼ੀ ਲੈਣੀ ਵੀ ਵਿਰਲਿਆਂ ਨੂੰ ਹੀ ਆਉਂਦੀ ਹੈ ਸੰਗਤ ਦੀ। ਹਾਂਜੀ। ਅਬ ਲਗ ਜੈ ਸਮਾਦ ਤਿਸ ਕੇਰੀ। ਹਾਂਜੀ। ਚੱਲੇ ਦੇਗ ਤਿਨ ਰਹਿਣ ਵਡੇਰੀ। ਕਹਿੰਦੇ ਭਾਈ ਸੰਤੋਖ ਸਿੰਘ ਜੀ, ਹੁਣ ਵੀ
ਜਿੱਥੇ ਭਾਈ ਭਗਤੂ ਜੀ ਦੀ ਸਮਾਧ ਹੈ, ਵਾਹਿਗੁਰੂ ਜਿੱਥੇ ਭਾਈ ਫੇਰੂ ਦੀ ਸਮਾਧ ਹੈ, ਉੱਥੇ ਬੜਾ ਵੱਡਾ ਲੰਗਰ ਚੱਲਦਾ ਜੀ, ਬਹੁਤ ਵੱਡਾ ਉੱਥੇ ਲੰਗਰ ਚੱਲਦਾ ਜੀ। ਹਾਂਜੀ, ਚੇਲੇ ਅਣਗਿਣ ਤਿਸਕੇ ਭਏ। ਬੜੇ ਸਿੱਖ ਨੇ ਉੱਥੇ, ਭਾਈ ਫੇਰੂ ਜੀ ਦੇ ਬੜੇ ਚੇਲੇ ਬਣੇ ਜੀ, ਅੱਗੇ ਬੜੇ ਚੇਲੇ ਬਣ ਗਏ ਉਹਨਾਂ ਦੇ। ਅਨੇਕ ਥਾਨ ਮਹਿ ਫੈਲਤ ਭਏ। ਬੜੀਆਂ ਥਾਵਾਂ ਤੇ ਭਾਈ ਫੇਰੂ ਜੀ ਦੇ ਅੱਗੋਂ ਸਿੱਖ ਸੰਤ ਜਿਹੜੇ ਉਹ ਫੈਲੇ। ਦਸਵੇਂ ਪਾਤਸ਼ਾਹ ਲਗ ਜੀਵਾ। ਤੇ ਭਾਈ ਫੇਰੂ ਜੀ 10ਵੇਂ ਪਾਤਸ਼ਾਹ ਤੱਕ ਰਹੇ ਜੀ। ਇੱਕ ਸਮਾਂ ਆਇਆ ਮਸੰਦ ਵਿਗੜੇ, ਮਸੰਦ ਵਿਗੜ ਗਏ। ਮਹਾਰਾਜ ਨੇ ਕਿਹਾ ਇਹਨਾਂ ਮਸੰਦਾਂ ਦੀਆਂ ਮੁਸ਼ਕਾਂ ਬੰਨ ਕੇ ਤੇ ਦਾੜੀ ਫੜ ਕੇ ਲੈ ਕੇ ਆਉਣੀ ਸਾਡੇ ਕੋਲ। ਸਾਰੇ ਮਸੰਦਾਂ ਨੂੰ ਲਿਆਂਦਾ, ਗੁਰਸਿੱਖ ਭਾਈ ਫੇਰੂ ਜੀ ਕੋਲ ਗਏ, ਇਹ ਵੀ ਮਸੰਦ ਸਨ ਨਾ। ਤੇ ਜਦੋਂ ਭਾਈ ਫੇਰੂ ਜੀ ਨੂੰ ਵੇਖਿਆ ਨਾ, ਤੇ ਤੇਜ ਤਪ ਦਾ ਆਪਣਾ ਪ੍ਰਭਾਵ ਹੁੰਦਾ ਹੈ। ਭਾਈ ਫੇਰੂ ਜੀ ਦੇ ਕਿਸੇ ਸਿੱਖ ਦੀ ਹਿੰਮਤ ਨਹੀਂ ਪਈ ਉਹਨਾਂ ਦੀ ਦਾੜੀ ਫੜਨ ਦੀ, ਮੁਸ਼ਕਾਂ ਬੰਨਣ ਦੀ। ਆਨੰਦਪੁਰ ਸਾਹਿਬ ਲੈ ਕੇ ਆਉਣਾ ਸੀ, ਇਧਰ ਕਾਬਲ ਵੱਲ ਭਾਈ ਫੇਰੂ ਜੀ ਰਹੇ ਜੀ। ਹੱਥ ਜੋੜਦੇ ਸਿੱਖਾਂ ਨੇ, ਭਾਈ ਫੇਰੂ ਜੀ ਸਾਨੂੰ ਹੁਕਮ ਹੈ ਤੁਹਾਡੀ ਦਾੜੀ ਫੜ ਕੇ ਲੈ ਕੇ ਜਾਣਾ, ਤੁਹਾਡੇ ਹੱਥ ਬੰਨਣੇ, ਪਰ ਉਹ ਅਸੀਂ ਮਾੜੇ ਮਸੰਦਾਂ ਦਾ, ਤੁਸੀਂ ਵਧੀਆ ਹੋ, ਪਰ ਕੋਈ ਗੱਲ ਨਹੀਂ, ਤੁਸੀਂ ਚੱਲੋ ਐਨ ਜੀ, ਲਾਗੇ ਤੇ ਜਾ ਕੇ ਫੜ ਲਾਂਗੇ। ਭਾਈ ਫੇਰੂ ਜੀ ਕਹਿੰਦੇ ਨਹੀਂ, ਮੇਰੇ ਗੁਰੂ ਸਾਹਿਬ ਦਾ ਹੁਕਮ ਹੈ, ਮੇਰੀ ਦਾੜੀ ਹੁਣੇ ਹੀ ਫੜੋ। ਉਹ ਕਹਿੰਦੇ ਅਸੀਂ ਫੜ ਨਹੀਂ ਸਕਦੇ। ਆਪੇ ਆਪਣੀ ਦਾੜੀ ਫੜੀ ਤੇ ਭਾਈ ਫੇਰੂ ਜੀ ਆਨੰਦਪੁਰ ਸਾਹਿਬ ਆਏ ਜੀ। ਜਦੋਂ ਬਾਜਾਂ ਵਾਲੇ ਸਤਿਗੁਰੂ ਦੇ ਚਰਨਾਂ 'ਚ ਪਹੁੰਚੇ, ਮਹਾਰਾਜ ਨੇ ਮੱਥਾ ਵੇਖਿਆ, ਗੁਰੂ ਹਰਿਰਾਏ ਸਾਹਿਬ ਦੀ ਮੋਹਰ ਲੱਗੀ ਹੈ ਜੀ, ਮੋਹਰ ਲੱਗੀ ਹੈ। ਸੱਚੇ ਪਾਤਸ਼ਾਹ ਨੇ ਮਸਤਕ ਵੇਖਿਆ, ਦਗ ਦਗ ਕਰਦਾ, ਚਿਹਰੇ ਤੇ ਨੂਰ ਹੈ, ਜਲਾਲ ਹੈ। ਭਾਈ ਫੇਰੂ ਦੀ ਆਪ ਦਾੜੀ ਛਡਾਈ ਜੀ। ਜਦੋਂ ਮੱਥਾ ਟੇਕਿਆ, ਬਾਕੀ ਮਸੰਦਾਂ ਨੂੰ ਤੇਲ 'ਚ ਛਡਵਾਇਆ। ਭਾਈ ਫੇਰੂ ਜੀ ਨੂੰ ਕਿਹਾ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ। 3 ਬਚਨ ਕੀਤੇ ਮਹਾਰਾਜ ਨੇ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਥੋਂ ਸਤਿਗੁਰ ਬਲਿਹਾਰੀ, ਤੇਰੇ ਤੋਂ ਅਸੀਂ ਵੀ ਬਲਿਹਾਰ ਜਾਂਦੇ ਹਾਂ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ 10ਵੇਂ ਪਾਤਸ਼ਾਹ ਤੱਕ ਇਹ ਹੋਏ। ਧਨੀ ਵਿਸ਼ਾਲ ਦੇਗ ਕੋ ਥੀ। ਬੜਾ ਵੱਡਾ ਲੰਗਰ ਭਾਈ ਫੇਰੂ ਜੀ ਦਾ ਮੰਨਿਆ ਗਿਆ। ਕੁਛ ਪ੍ਰਸੰਗ ਆਗੇ ਇਸ ਕਹੋ। ਕਹਿੰਦੇ ਕੁਝ ਕੁ ਪ੍ਰਸੰਗ ਮੈਂ ਅੱਗੇ ਜਾ ਕੇ ਕਵਾਂਗਾ। ਜਿਸ ਵਿਦ ਸੁਣ ਸੰਤਨ ਤੇ ਲਹੋ। ਜਿਵੇਂ ਮੈਂ ਸੰਤਾਂ ਸਿੱਖਾਂ ਕੋਲੋਂ ਸੁਣਿਆ, ਉਵੇਂ ਮੈਂ ਅੱਗੇ ਜਾ ਕੇ ਕਹਿੰਦੇ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਭਾਈ ਫੇਰੂ ਜੀ ਦੀ ਕਥਾ। ਕਮਾਈ ਵਾਲੇ ਗੁਰਸਿੱਖ ਜਿਹੜੇ ਆ ਉਹ ਸਾਧ ਸੰਗਤ ਜੀ ਕਮਾਈ ਵਾਲੇ ਹੀ ਹਨ। ਇੱਥੇ ਪ੍ਰਸੰਗ ਦੀ ਸੰਪੂਰਨਤਾ, ਤੇ ਜੇ ਅੱਗੋਂ ਪ੍ਰਸੰਗ ਤੋਰਿਆ ਫਿਰ ਸਮਾਂ ਲੱਗੇਗਾ। ਮਹਾਰਾਜ ਕਿਰਪਾ ਕਰਨ, ਆਓ ਕੁਝ ਸਮਾਂ ਗੁਰਮੰਤਰ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰ ਲਈਏ, ਫਿਰ ਦਾਸ ਆਪਾਂ ਖਿਮਾ ਮੰਗਾਂਗੇ। ਸਭ ਸੰਗਤ ਗੱਜ ਕੇ ਕਹੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ ਗੱਜ ਕੇ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। 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 ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਭਾਈ ਫੇਰੂ ਜੀ ਦਾ ਜੀਵਨ ਸੁਣਿਆ, ਕਿਸੇ ਨਾ ਕਿਸੇ ਰਾਹੀਂ ਸਾਧ ਸੰਗਤ ਦੀ ਕਿਰਪਾ ਹੁੰਦੀ। ਕਈ ਗੁਰਸਿੱਖ ਸਿੱਧੇ ਹੀ ਆਏ,
ਉਹਨਾਂ ਦੀ ਪੂਰਬਲੀ ਕਮਾਈ। ਪਹਿਲੇ ਦਿਨ ਆਏ, ਉਹਨਾਂ ਤੇ ਕਿਰਪਾ ਹੋਈ। ਕਈ ਕਿਸੇ ਰਾਹੀਂ ਆ ਗਏ, ਪਹਿਲੇ ਦਿਨ ਆ ਗਏ, ਉਹਨਾਂ ਤੇ ਵੀ ਕਿਰਪਾ ਹੋ ਗਈ। ਤੁਸੀਂ ਭਾਈ ਫੇਰੂ ਜੀ ਦੀ ਸਾਖੀ ਸੁਣੀ ਹੈ। ਭਾਈ ਫੇਰੂ ਜੀ ਪਹਿਲੇ ਦਿਨ ਹੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆਏ। ਪਹਿਲੇ ਦਿਨ ਹੀ ਸਿੱਖੀ ਦੀ ਦਾਤ ਵੀ ਮਿਲੀ, ਨਾਮ ਦੀ ਦਾਤ ਵੀ ਮਿਲ ਗਈ, ਲੰਗਰ ਦੀ ਦਾਤ ਵੀ ਮਿਲ ਗਈ। ਸਾਨੂੰ ਇੰਨਾ ਸਮਾਂ ਹੋ ਗਿਆ, ਵਿਚਾਰੀਏ ਕਿਤੇ ਨਾ ਕਿਤੇ ਕੋਈ ਕਰਮ ਹੈ ਜਿਹਦੇ ਕਰਕੇ ਗੱਲ ਨਹੀਂ ਬਣਦੀ। ਇੰਨਾ ਸਮਾਂ ਹੋ ਗਿਆ, ਨਾਮ ਦੀ ਦਾਤ ਨਹੀਂ ਮਿਲਦੀ। ਬੰਦਾ ਤਰਲੇ ਹੀ ਲੈਂਦਾ ਰਹਿੰਦਾ ਵੀ ਮੈਨੂੰ ਦਾਤ ਮਿਲ ਜੇ, ਦਾਤ ਮਿਲ ਜੇ, ਨਹੀਂ ਦਾਤ ਮਿਲਦੀ। ਜਿਨ੍ਹਾਂ ਨੂੰ ਮਿਲ ਜਾਂਦੀ ਹੈ ਨਾ, ਉਹ ਜਪਦੇ ਜਪਦੇ ਵੀ ਕਹਿੰਦੇ ਏਕ ਬਸਤ ਦੀਜੈ ਕਰ ਮਾਇਆ। ਹੇ ਵਾਹਿਗੁਰੂ, ਮੇਰੇ ਤੇ ਮਿਹਰ ਕਰ ਤੇ ਮੈਨੂੰ ਇੱਕੋ ਹੀ ਦਾਤ ਦੇ, ਉਹ ਨਾਮ ਦੀ ਹੈ। ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਸਤਿਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਭਾਈ ਫੇਰੂ ਜੀ ਪਹਿਲੇ ਦਿਨ ਤੁਹਾਡੇ ਚਰਨਾਂ ਚ ਆਏ, ਸਭ ਕੁਝ ਲੈ ਗਏ। ਉਹ ਸਿੱਖੀ ਦੀ ਦਾਤ ਲੈ ਗਏ, ਉਹ ਨਾਮ ਦੀ ਦਾਤ ਲੈ ਗਏ, ਉਹ ਲੰਗਰ ਦੀਆਂ ਦਾਤਾਂ ਲੈ ਗਏ। ਅਸੀਂ ਰੋਜ਼ ਤੁਹਾਡੇ ਚਰਨਾਂ ਚ ਆਉਂਦੇ ਹਾਂ। ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਆਪਣਾ ਬਣਾਓ ਮਹਾਰਾਜ। ਗੁਰੂ ਸਾਹਿਬ ਕਿਰਪਾ ਕਰਨ। ਸਭ ਸੰਗਤ ਨੂੰ ਜੀ ਆਇਆਂ ਨੂੰ ਬੜੀ ਖੁਸ਼ੀ ਹੋਈ ਹੈ। ਇੰਗਲੈਂਡ ਤੋਂ, ਬਰਮਿੰਘਮ ਤੋਂ ਭਾਈ ਪਲਵਿੰਦਰ ਸਿੰਘ ਜੀ ਤੇ ਬੀਬਾ ਪਰਮਿੰਦਰ ਕੌਰ ਜੀ, ਉਹ ਬੜੇ ਪ੍ਰੇਮ ਨਾਲ ਪਹੁੰਚੇ ਆ। ਪਹਿਲਾਂ ਫੋਨ ਤੇ ਸੰਪਰਕ ਨਹੀਂ ਸੀ ਹੋਇਆ, ਨਹੀਂ ਤੇ ਇਹਨਾਂ ਨੂੰ ਕਥਾ ਦਾ ਰਾਈਟ ਟਾਈਮ ਦੱਸਦੇ। ਪਰ ਫਿਰ ਵੀ ਇਹਨਾਂ ਨੂੰ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ। ਦੂਰੋਂ ਚੱਲ ਕੇ ਆਏ ਹਨ। ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ। ਸਭ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।